ਬੱਬਰਾਂ ਨਾਲ ਤੇ ਸੰਤ ਜਰਨੈਲ ਸਿੰਘ ਜੀ ਨਾਲ ਸਾਡਾ ਭੈਣ ਭਰਾ ਵਾਲਾ ਰਿਸ਼ਤਾ ਸੀ। ਇਹ ਐਕਚੁਅਲੀ ਵੀ ਮੋਰਚੇ ਪਹਿਲਾਂ ਹੀ ਉਹਨਾਂ ਨੇ ਤੇ ਬਣਾਏ ਹੋਏ ਸੀਗੇ ਉੱਪਰ। ਹਾਂ, ਜਿਹੜੀਆਂ ਬਿਲਡਿੰਗਾਂ ਸੀ ਹੁਣ ਵੇਖੋ ਢਵਾ ਦਿੱਤੀਆਂ ਸਰਕਾਰ ਨੇ। ਜਿਹੜੀ ਨੇੜੇ ਨੇੜੇ ਦਰਬਾਰ ਸਾਹਿਬ ਦੇ ਪ੍ਰਾਈਵੇਟ ਮਕਾਨ ਸੀ, ਪਹਿਲੀ ਤਰੀਕ ਨੂੰ ਅਚਨਚੇਤ ਗੋਲੀ ਚਲਾ ਦਿੰਦੀ ਹੈ CRP। ਅੱਛਾ। ਉਹ ਗੋਲੀ ਦੇ ਨਾਲ ਜਮਨਾ ਨਗਰ ਦੇ ਬੱਬਰਾਂ ਦੇ ਮਹਾਨ ਯੋਧੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੁੰਦੇ ਆ ਬਾਬਾ ਟੱਲ ਵਾਲੀ ਜਗ੍ਹਾ। ਸ਼ਾਮ ਨੂੰ ਸਾਰੇ ਸਿੰਘਾਂ ਨੂੰ ਸੱਦ ਕੇ ਟੋਟਲ ਸੰਗਤ ਵੀ ਬੈਠੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਰਾਂਡੇ। ਉੱਥੋਂ ਸੰਤਾਂ ਨੇ ਸਪੀਕਰ ਦੇ ਉੱਤੇ ਬੋਲ ਕੇ ਕਿਹਾ ਕਿ ਖਾਲਸਾ ਜੀ, ਵੈਰੀ ਨੇ ਆਪਣਾ ਜਿਹੜਾ ਤਹੀਆ ਉਹ ਕਰ ਲਿਆ ਹੈ। ਹੁਣ ਜਿਹੜੇ ਸਿੰਘ ਇੱਥੇ ਸ਼ਹਾਦਤਾਂ ਦੇਣ ਵਾਲੇ ਨੇ ਉਹ ਭਾਈ ਸਿਰ ਧੜ ਤੇ ਬਾਜੀ ਲਾਉਣਗੇ। ਜਿਨ੍ਹਾਂ ਨੇ ਜਾਣਾ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ। ਜਦੋਂ ਇਹ 4 ਤਰੀਕ ਦਾ ਸਵੇਰਾ ਹੁੰਦਾ ਵੇਖੋ, ਤੇ ਮੀਂਹ ਵਾਂਗੂ ਗੋਲੀ ਚੱਲ ਪੈਂਦੀ ਹੈ। ਅੱਛਾ। ਜਿਹੜੀ ਪ੍ਰਕਰਮਾ 'ਚ ਸੰਗਤ ਬੈਠੀ ਹੈ ਉਹ ਦਾਣਿਆਂ ਵਾਂਗੂ ਭੁੱਜ ਜਾਂਦੀ। ਫਿਰ ਜਿਹੜੀ ਫੌਜ ਘੰਟਾ ਘਰ ਵਾਲੇ ਪਾਸਿਓਂ ਵੜਦੀ ਹੈ, ਸਿੰਘਾਂ ਨੇ ਫਿਰ ਆਹੂ ਲਾ ਦਿੱਤੇ। ਸਭ ਤੋਂ ਪਹਿਲਾਂ ਫੌਜ ਉਧਰੋਂ ਵੜਦੀ ਹੈ। ਤੁਸੀਂ ਉਸ ਵਕਤ ਕਿੱਥੇ ਸੀ? ਮੈਂ ਲੰਗਰ ਹਾਲ ਤੇ ਸਾਂ। ਉਹ ਸੰਗਤ ਲੰਗਰ ਹਾਲ ਚੋਂ ਨਿਕਲ ਕੇ ਪ੍ਰਕਰਮਾ ਕਰੀ ਨੂੰ ਜਾਂਦੀ ਹੈ ਕਿਉਂਕਿ ਉਧਰ ਸੇਫ ਸੀ। ਤੇ 12 12:30 ਵਜੇ ਉਸ ਭੈਣ ਦੇ ਗੋਲੀ ਪ੍ਰਕਰਮਾ ਦੇ ਵਿੱਚ ਲੱਗ ਜਾਂਦੀ ਹੈ, ਉਹਦੀ ਮਾਤਾ ਦੇ ਲੱਗ ਜਾਂਦੀ ਹੈ। ਹੁਣ ਅਸੀਂ ਉਤਲੇ ਚਵਾਰੇ 'ਚ ਸਾਨੂੰ ਕਹਿੰਦੇ ਸਾਰਾ ਕੁਝ ਤੁਸੀਂ ਉੱਥੋਂ ਦੇਖ ਰਹੇ ਹਾਂ। ਆਰਮੀ ਦੇ ਕੁਝ ਜਿਹੜੇ ਰਿੜ ਕੇ ਫੌਜੀ ਆਏ ਹੋਏ ਸੀ, ਉਹ ਤੋਂ ਚੁੰਗਦਾ ਬੱਚਾ ਜੀ ਨੂੰ, ਉਸ ਬੱਚੇ ਨੂੰ ਭਾਈ ਸਾਹਿਬ ਦੀ ਲੱਕੜ ਨੂੰ ਲੱਤ ਸੱਜੀ ਲੱਤ ਤੇ ਖੱਬਾ ਪੈਰ ਧਰ ਕੇ ਉਹਨੂੰ ਇਸ ਤਰ੍ਹਾਂ ਚੁੱਕ ਕੇ ਪਾੜ ਦਿੰਦੇ। ਸਰੋਵਰ ਦੇ ਵਿੱਚ ਸਿੱਟੇ ਜ਼ਾਲਮਾਂ ਨੇ ਬੱਚੇ, ਡੁੱਬਦੇ ਹੋਏ ਦੇ ਸਿਰਾਂ 'ਚ ਗੋਲੀਆਂ ਮਾਰੀਆਂ ਸਾਡੀਆਂ ਭੈਣਾਂ ਨੂੰ ਅਲਫ ਨੰਗੀਆਂ ਕਰਕੇ। ਫਿਰ ਤਾਂ ਇਹਨਾਂ ਨੇ ਜੀ ਮਾਣਾਈਆਂ ਕੀਤੀਆਂ। ਗੁਰੂ ਰਾਮਦਾਸ ਸਰਾਂ ਦੇ ਵਿੱਚ ਜਿੰਨੀ ਵੀ ਸੰਗਤ ਨੱਕੋ ਨੱਕ ਭਰੀ ਹੋਈ ਸੀ ਉਹਨਾਂ ਨੂੰ ਦਾਣਿਆਂ ਨੂੰ ਭੁੰਨਤਾ ਜੀ। H-36 ਸਿੱਟ ਕੇ ਗ੍ਰਨੇਡ ਗੋਲੀਆਂ ਨਾਲ, ਪੈਟਰੋਲ ਬੰਬਾਂ ਨਾਲ। ਮੈਂ ਕਹਿੰਦਾ ਉਹ ਕਰਮ ਕੀਤੇ ਉੱਥੇ ਸਰਕਾਰ ਨੇ ਜਿਹੜੇ ਨਹੀਂ ਬਣਦੇ। ਕੁਝ ਸਾਨੂੰ ਵੀ ਦੱਸੋ, ਇਹ ਕਿੱਥੋਂ ਰੀਤ ਚਲਾਈ ਫੌਜ ਆਪਣੇ ਵਤਨਾਂ ਦੀ ਕਰਦੀ ਸਿੱਖ ਧਰਮ ਤੇ ਚੜ੍ਹਾਈ। ਤੁਸੀਂ ਭੁੱਲੇ ਗੋਬਿੰਦ ਸਿੰਘ ਨੂੰ ਜਿਹਨੇ ਪੁੱਤਰ ਬਾਰੇ ਚਾਰੇ, ਇੱਕ ਨਾਮ ਸ਼ਵੇਕ ਸਿੰਘ ਦਾ ਮੇਜਰ ਜਰਨਲ ਖੜਾ ਪਕਾ। ਜਦੋਂ ਉੱਥੇ ਸੰਗਤਾਂ ਬੈਠੀਆਂ ਸੀ ਉਹਨਾਂ ਤੇ ਕੈਮੀਕਲ ਸੁੱਟਿਆ ਜਾ ਰਿਹਾ ਸੀ। ਸਾਡੇ ਵੀ ਉਦੋਂ ਤੋਂ ਉੱਡ ਕੇ ਪਿਆ ਜਿਹੜਾ ਅਸੀਂ ਕਿਸੇ ਨੂੰ ਫਟੜੋਏ ਨੂੰ ਚੱਕਦੇ ਸਾਂ। ਭਾਈ ਰਿਸ਼ਪਾਲ ਸਿੰਘ ਦੀ ਸਿੰਘਣੀ ਕੋਲ 18-19 ਦਿਨਾਂ ਦਾ ਬੱਚਾ ਹੈ। ਉਹ ਬੱਚੇ ਦੀ ਛਾਤੀ ਨੂੰ ਬਿੰਨ ਕੇ ਗੋਲੀ ਟੱਪ ਜਾਂਦੀ ਹੈ, ਬੱਚਾ ਸ਼ਹੀਦ ਹੋ ਜਾਂਦਾ ਹੈ। ਭੈਣ ਦੀ ਛਾਤੀ ਵਿੱਚ ਦੀ ਟੱਪ ਜਾਂਦੀ ਹੈ ਗੋਲੀ। ਘੱਲੂਘਾਰਾ ਜੂਨ 1984 ਸਿੱਖ ਇਸ ਤਰ੍ਹਾਂ ਯਾਦ ਕਰਦੇ ਆ। ਭਾਰਤੀ ਫੌਜ ਬਲੂ ਸਟਾਰ ਆਪਰੇਸ਼ਨ 1984 ਕਹਿ ਕੇ ਯਾਦ ਕਰਦੀ ਹੈ। ਬਹੁਤ ਸਾਰੇ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ, ਜਿੱਥੇ ਕੁਝ ਸਿੰਘ ਹਥਿਆਰਬੰਦ ਯੋਧੇ ਸੀ ਜਿਨ੍ਹਾਂ ਨੇ ਭਾਰਤੀ ਫੌਜ ਦਾ ਜਿਹੜਾ ਕਿ ਉਹ ਜੰਗਜੂ ਤਰੀਕੇ ਦੇ ਨਾਲ ਮੁਕਾਬਲਾ ਕੀਤਾ। ਬਹੁਤ ਸਾਰੀ ਅਜਿਹੀ ਸੰਗਤ ਸੀ ਜਿਹੜੀ ਉਸ ਸਮੇਂ 84 ਦੇ ਜੂਨ ਦੇ ਵਿੱਚ ਸ਼ਹੀਦੀ ਦਿਹਾੜਿਆਂ ਮੌਕੇ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਗਈ ਹੋਈ ਸੀ। ਗੁਰੂ ਦਰਬਾਰ ਦੇ ਵਿੱਚ ਪਹੁੰਚੀ ਸਿੱਖ ਸੰਗਤ ਦੇ ਨਾਲ ਭਾਰਤੀ ਫੌਜ ਨੇ ਜੋ ਕਹਿਰ ਢਾਇਆ, ਜੋ ਅੰਨ੍ਹੇਵਾਹ ਤਸ਼ੱਦਦ ਕੀਤਾ, ਉਹ ਸੁਣ ਕੇ ਰੂਹ ਕੰਬ ਉੱਠਦੀ ਹੈ। ਸਾਡੇ ਨਾਲ ਉਸ ਤਸ਼ੱਦਦ ਦੇ ਚਸ਼ਮਦੀਦ ਪਾਲਾ ਸਿੰਘ ਮੌਜੂਦ ਨੇ। ਅਸੀਂ ਉਹਨਾਂ ਨਾਲ ਕੁਝ ਸਮਾਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਲਾ ਸਿੰਘ ਜੀ, 1984 ਨੂੰ 40 ਵਰੇ ਬੀਤਣ ਵਾਲੇ ਆ। ਜੂਨ ਮਹੀਨਾ ਚੜ੍ਹਦਾ ਤਾਂ ਤੁਹਾਡੀਆਂ ਅੱਖਾਂ ਅੱਗੇ ਉਹ ਸਮਾਂ ਸਾਰਾ ਹੂਬਹੂ ਮੁੜ ਚਿਤਵ ਜਾਂਦਾ ਹੋਣਾ। ਤਹਿ ਦਿਲੋਂ ਗੁਰੂ ਫਤਿਹ ਬੁਲਾਉਣਾ, ਪ੍ਰਮਾਣ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵੀਰ ਸਿੰਘ ਜੀ, 1984 ਉਹ ਜ਼ਖਮ ਹੈ ਸਿੱਖ ਕੌਮ ਨੂੰ ਜਿਹੜਾ ਕਿ ਦਿਨ ਪ੍ਰਤੀ ਦਿਨ ਰਸਦਾ ਰਹਿੰਦਾ ਹੈ। ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਉਦੋਂ ਉਹਦੇ ਵਿੱਚੋਂ ਜਿਹੜੀ ਚੀਜ਼ ਹੁੰਦੀ ਹੈ ਉਹ ਅਸਹਿ ਹੈ, ਸਹੀ ਨਹੀਂ ਜਾਂਦੀ। ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਯਾਦ ਦੇ ਵਿੱਚ ਸੰਗਤ ਭੁੱਬਾਂ ਮਾਰ ਰੋਂਦੀ ਹੈ ਜਦੋਂ ਉਹ ਦਿਨ ਆਉਂਦੇ ਆ ਸ਼ਹਾਦਤ ਦੇ। ਇੱਧਰ ਜਿਵੇਂ 84 ਦਾ ਵੇਲਾ ਆਉਂਦਾ ਤੇ
ਉਹ ਸਾਨੂੰ ਪਤਾ ਅਸੀਂ ਕਿਵੇਂ ਟਪਾਉਣੇ ਆ। ਹੂੰ ਇੱਕ ਪਲ ਵੀ ਸਾਨੂੰ ਅੱਖਾਂ ਚੋਂ ਅਥਰੂ ਵਹਿੰਦੇ ਤੋਂ ਬਿਨਾ ਨਹੀਂ ਬਤੀਤ ਹੁੰਦਾ। ਕਿਉਂ ਕਿ ਉਸ ਗੁਰੂ ਧਾਮ ਉੱਤੇ ਜ਼ਾਲਮ ਨੇ ਹਮਲਾ ਕੀਤਾ, ਹੂੰ ਜਿਹਨੂੰ ਸਾਡੀ ਸਹਾਰਾ ਕਿਹਾ ਜਾਂਦਾ ਹੈ, ਸਾਡਾ ਦਿਲ ਕਿਹਾ ਜਾਂਦਾ ਹੈ। ਹੂੰ ਧੰਨ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਭਾਰਤ ਸਰਕਾਰ ਨੇ ਜੋ ਜ਼ੁਲਮ ਢਾਇਆ ਉਹ ਤਾਂ ਮੁਗਲਾਂ ਨੇ ਮਿਟਾਇਆ ਹੋਣਾ। ਬਿਲਕੁਲ ਬਿਲਕੁਲ। ਤਾਂ ਬਹੁਤ ਦੁਖਦਾਈ ਆ, ਅਸਹਿ ਆ, ਅਕਹਿ ਆ, ਜਿੱਦਾਂ ਕੁਝ ਸਿੱਖ ਆਗੂ ਕਹਿੰਦੇ ਹੁੰਦੇ ਆ, ਨਾ ਬਖਸ਼ਣ ਯੋਗ ਨਾ ਭੁੱਲਣ ਯੋਗ। ਤਾਂ ਤੁਸੀਂ ਉੱਥੇ ਸੀ ਉਸ ਵਕਤ ਜੂਨ 84 ਦੇ ਸਮੇਂ, ਉਹ ਜ਼ਰੂਰ ਦੱਸੋ ਤੁਸੀਂ ਉੱਥੇ ਕਿਸ ਤਰ੍ਹਾਂ ਜਾਂਦੇ ਹੁੰਦੇ ਸੀ, ਤੁਹਾਡਾ ਕੀ ਸਿੰਘਾਂ ਨਾਲ ਬਹਿਣੀ ਉੱਠਣੀ ਸੀ, ਸੰਤ ਜਰਨੈਲ ਸਿੰਘ ਜੀ ਨਾਲ, ਉਹ ਸਾਡੇ ਨਾਲ ਯਾਦਾਂ ਸਾਂਝੀਆਂ ਕਰੋ। ਮੇਰਾ ਭਾਈ ਸਾਹਿਬ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ 20ਵੀਂ ਸਦੀ ਦੇ ਮਹਾਨ ਸ਼ਹੀਦ ਨਾਲ ਹੂੰ ਬਹੁਤ ਨੇੜਤਾ ਸੀ। ਹੂੰ ਭਾਈ ਅਮਰੀਕ ਸਿੰਘ ਨਾਲ ਵੀ ਸੀ, ਕਿਉਂਕਿ ਵੱਡੇ ਸੰਤ ਬਾਬਾ ਕਰਤਾਰ ਸਿੰਘ ਜੀ ਹੂੰ ਸਾਡੇ ਬਜ਼ੁਰਗਾਂ ਦੇ ਬਹੁਤ ਜ਼ਿਆਦੇ ਨਾਲ ਉਹਨਾਂ ਦੇ ਸੰਬੰਧ ਸੀ। ਪਰਿਵਾਰ ਦੇ ਪਹਿਲਾਂ ਤੋਂ ਹੀ ਸਾਡੇ ਗੁਰਸਿੱਖੀ ਨਾਲ ਸੰਬੰਧਿਤ ਹੈ। ਸਤਿਗੁਰੂ ਦੀ ਕਿਰਪਾ ਸਦਕਾ ਹੂੰ ਸਾਰਾ ਪਰਿਵਾਰ ਹੀ ਸਾਡਾ ਅੰਮ੍ਰਿਤਧਾਰੀ ਸੀ। ਮੇਰੇ ਵੀਰ ਸੀ, ਮੇਰੀਆਂ ਭੈਣਾਂ, ਮਾਤਾ ਜੀ ਹੋਣੀ ਤੇ ਰਿਸ਼ਤੇਦਾਰ ਵੀ ਸਤਿਗੁਰੂ ਦੀ ਕਿਰਪਾ ਨਾਲ ਅੰਮ੍ਰਿਤਧਾਰੀ ਹਜੇ ਵੀ ਹੈ। ਹੂੰ ਪਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਮੈਂ ਬੱਬਰਾਂ ਨਾਲ ਤੇ ਸੰਤ ਜਰਨੈਲ ਸਿੰਘ ਜੀ ਨਾਲ ਹੂੰ ਸਾਡਾ ਭੈਣ ਭਰਾ ਵਾਲਾ ਰਿਸ਼ਤਾ ਸੀ। ਅੱਛਾ। ਨਾ ਉਹਨਾਂ ਬਿਨਾਂ ਮੈਂ ਸਾਰਦਾ ਸੀ, ਉਹਨਾਂ ਨੂੰ ਮਿਲੇ ਬਿਨਾਂ ਮੈਥੋਂ ਰਿਹਾ ਨਹੀਂ ਜਾਂਦਾ ਸੀ। ਕਿਉਂਕਿ ਸੰਤ ਜਰਨੈਲ ਸਿੰਘ ਜੀ ਨੇ ਜੋ ਸੇਧ ਦਿੱਤੀ ਹੈ ਸਿੱਖ ਕੌਮ ਨੂੰ, ਹੂੰ ਉਹ ਬਹੁਤ ਸੁਚੱਜੀ ਤੇ ਬੜੀ ਉੱਤਮ ਹੈ। ਹੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਸਾਡੇ ਇਲਾਕੇ ਮਾਲਵੇ ਦੇ ਵਿੱਚ, ਆਪਣੇ ਦਮਦਮਾ ਸਾਹਿਬ ਦੇ ਇਲਾਕੇ ਦੇ ਵਿੱਚ ਇੱਕ ਅੰਮ੍ਰਿਤ ਦਾ ਸੰਚਾਰ ਦਾ ਪ੍ਰੋਗਰਾਮ ਰੱਖਿਆ ਜਾਂਦਾ ਸੀ, ਹੂੰ ਜਿਹਦੇ ਵਿੱਚ 15 ਦਿਨ ਪ੍ਰੋਗਰਾਮ ਚੱਲਦਾ ਸੀ ਤੇ 15 ਤੇ 14 ਦੀ ਦਿਨ 2 ਦਿਨ ਹੂੰ ਸੰਤ ਜੀ ਆਪ ਆਇਆ ਕਰਦੇ ਸੀ ਤੇ ਅੰਮ੍ਰਿਤ ਛਕਾਇਆ ਕਰਦੇ ਸੀ। ਮੈਂ ਰਾਮਨਗਰ ਪਿੰਡ ਹੈ ਜਿਹੜਾ ਨਾਲ ਹੀ ਆਪਣੇ ਕਸਾਈਵਾੜਾ ਕਹਿ ਦਿੰਦੇ ਆ, ਮਾਈਸਰ ਖਾਨੇ ਦੇ ਨਾਲ ਹੈ, ਹੂੰ ਉੱਥੇ ਹਰਕੀਰਤ ਸਿੰਘ ਸਰਦਾਰ ਦੇ ਘਰੇ ਸੰਤਾਂ ਨੂੰ ਮਿਲਦਾ ਹੂੰ ਤੇ ਉਸ ਵੇਲੇ ਮੇਰੀ ਹਜੇ ਦਾੜੀ ਵੀ ਨਹੀਂ ਫੁੱਟੀ ਸੀਗੀ। ਹੂੰ ਪਰ ਸਿੱਖ ਕੌਮ ਦੇ ਵਿੱਚ ਕੋਈ ਉਮਰ ਦਾ ਤਕਾਜ਼ਾ ਨਹੀਂ ਹੈ ਸਹੀ ਹੈ। ਕਿ ਇਹ ਬੱਚਾ ਹੈ ਜਾਂ ਬੁੱਢਾ ਹੈ, ਹੂੰ ਕਿਉਂਕਿ ਸਤਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ। ਇਹ ਤਾਂ ਸਾਡੇ 7 ਤੇ 9 ਸਾਲ ਦੇ ਵਿੱਚ ਬੱਚਿਆਂ ਨੇ ਵੀ ਬਾਬਿਆਂ ਨੇ ਕਰਕੇ ਵਿਖਾਇਆ। ਹੂੰ ਬੰਦਾ ਸਿੰਘ ਬਹਾਦਰ ਦੇ ਸਾਹਿਬਜ਼ਾਦੇ ਨੇ, ਦੇਖੋ ਉਹ ਉਦੋਂ ਵੀ ਛੋਟੀ ਉਮਰ ਦੇ ਸਨ ਕਿ ਹੂੰ ਅਨੇਕਾਂ ਹੋਰ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਜਿਹੜੀਆਂ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਹੂੰ ਉਹ ਦ੍ਰਿਸ਼ ਮੈਂ 1984 ਦੇ ਵਿੱਚ ਦੇਖਿਆ। ਹੂੰ ਹੂ ਬਹੂ ਉਵੇਂ ਜ਼ਿਕਰੀ ਹੋਇਆ ਸਾਡੇ ਨਾਲ, ਉਦੋਂ ਵੀ ਵੱਧ ਕੇ ਹੋਇਆ। ਹੂੰ ਜਦੋਂ ਸੰਤ ਜਰਨੈਲ ਸਿੰਘ ਜੀ ਗਿਆਨੇ ਆਏ ਹੂੰ ਤੇ ਗਿਆਨੇ ਮੈਂ ਸੰਤਾਂ ਦੇ ਬਹੁਤ ਹੀ ਨਜ਼ਦੀਕ ਜਾ ਕੇ ਸੰਤਾਂ ਦੇ ਬਚਨ ਸੁਣੇ, ਸੰਤਾਂ ਨੇ ਬੜਾ ਸਾਨੂੰ ਸਨਮਾਨ ਦਿੱਤਾ। ਹੂੰ ਉਦੋਂ ਬਾਅਦ ਸਾਡੇ ਤੇ ਜਿਹੜਾ ਸੀਗਾ ਪੁਲਿਸ ਦੀ ਨਿਗਾਹ ਦੇ ਵਿੱਚ ਅਸੀਂ ਆ ਜਾਂਦੇ ਹਾਂ, ਹੂੰ ਕਿਉਂਕਿ ਸੰਤਾਂ ਦੇ ਉੱਤੇ ਨਿਗਾਹ ਰੱਖਣ ਲੱਗ ਗਏ। ਸੰਤਾਂ ਨੂੰ ਉਦੋਂ ਅਰੈਸਟ ਕਰਨ ਦਾ ਹੁਕਮ ਚੜਾਇਆ ਗਿਆ ਸੀ ਜਦੋਂ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਜੀ ਅਰੈਸਟ ਕੀਤੇ ਗਏ। ਉਹਨਾਂ ਦਿਨਾਂ ਦੇ ਵਿੱਚ ਦਾਸ ਨੂੰ ਜਿਹੜਾ ਸੰਤਾਂ ਨਾਲ ਤੇ ਬੱਬਰਾਂ ਨਾਲ ਸਨੇਹ ਸੀ, ਹੂੰ ਬੱਬਰਾਂ ਨਾਲ ਮੇਰਾ ਅਖੰਡ ਕੀਰਤਨੀ ਜਥੇ ਵੱਲੋਂ ਸੀ, ਹੂੰ ਸੰਤਾਂ ਨਾਲ ਮੇਰਾ ਟਕਸਾਲ ਦੇ ਤੌਰ ਤੇ ਜਿਹੜਾ ਪ੍ਰਾਤਨ ਰੀਤ ਤੁਰੀ ਆਉਂਦੀ ਹੈ ਉਸ ਹਿਸਾਬ ਨਾਲ ਸੀ। ਸੰਤਾਂ ਦੇ ਵਚਨ ਸੁਣੇ ਬਿਨਾ, ਸੰਤਾਂ ਦੇ ਸੰਗਤ ਕਰੇ ਬਿਨਾ ਨਹੀਂ ਰਿਹਾ ਜਾਂਦਾ ਸੀ। ਕੋਈ ਵੀ ਗੁਰਸਿੱਖ ਹੋਊਗਾ ਉਸ ਵੇਲੇ ਦਾ ਜਿਹੜਾ ਤੁਹਾਨੂੰ ਮਿਲੂਗਾ, ਉਹ ਇਹੀ ਗੱਲ ਕਹੂਗਾ ਕਿ ਸਾਨੂੰ ਸੰਤਾਂ ਦੇ ਨਾਲ ਇਹੋ ਜਿਹਾ ਸਨੇਹ ਸੀ ਕਿ ਅਸੀਂ ਦਰਸ਼ਨਾਂ ਨੂੰ ਲੋਚਦੇ ਰਹਿੰਦੇ ਸਾਂ। ਮੈਂ 29 ਤਰੀਕ ਨੂੰ 5ਵੇਂ ਮਹੀਨੇ ਦੀ ਨੂੰ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ ਸੰਤਾਂ ਦੇ ਬਚਨ ਸੁਣਨ ਵਾਸਤੇ। 29 ਮਈ 1984 84 ਨੂੰ ਜੀ ਇਹ ਖਬਰਾਂ ਵੀ ਰੇਡੀਓ ਚ ਆਉਣ ਲੱਗੀਆਂ, ਅਖਬਾਰ ਚ ਆਉਣ ਲੱਗੀਆਂ ਸੀ ਕਿ CRPF ਨੇ ਦਰਬਾਰ ਸਾਹਿਬ ਦੇ ਗਲਾਰੇ ਦੇ ਜਿਹੜੇ ਨੇੜੇ ਪ੍ਰਕਰਮਾਂ ਦੇ ਵਿੱਚ ਆਪਣੇ ਜਿਹੜੇ ਮੋਰਚੇ ਉਹ ਸਖਤ ਕਰ ਦਿੱਤੇ ਆ ਤੇ ਜਿਹੜੀ ਉੱਥੋਂ ਦੀ ਸਥਿਤੀ ਉਹ ਵਿਗੜੀ ਹੋਈ ਆ। ਪਰ ਉਹਨਾਂ ਦਿਨਾਂ ਦੇ ਵਿੱਚ ਹੀ ਵੇਖੋ ਧੰਨ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੂਰਬ ਆ ਜਾਂਦਾ 3 ਜੂਨ ਨੂੰ। ਉਹ ਦਿਨ ਮਨਾਉਣ ਦੀ ਖਾਤਰ ਵੀ, ਕਿਉਂਕਿ ਸੰਤ ਆਪ ਬਚਨ ਕਰਿਆ ਕਰਦੇ ਸੀ, ਹੋਰ ਬੜੇ ਚੰਗੇ ਮਸ਼ਕੀਨ ਜੀ ਵਰਗੇ ਉੱਥੇ ਆ ਕੇ ਕਥਾ ਕਰਿਆ ਕਰਦੇ ਸੀ। ਬੜੀ ਉੱਚੀਆਂ ਰੂਹਾਂ ਉੱਥੇ ਜਿਹੜੀਆਂ ਸੀਗੀਆਂ ਦਰਬਾਰ ਸਾਹਿਬ ਦੇ ਵਿੱਚ ਸੰਤਾਂ ਦੀ ਸੰਗਤ ਮਾਣਦੀਆਂ ਹੋਈਆਂ ਸੀ ਤੇ ਦਾਸ ਨੂੰ ਵੀ ਉੱਥੋਂ ਚਾਟ ਲੱਗੀ ਹੋਈ ਸੀ ਕਿ ਸੰਤਾਂ ਦੇ ਦਰਸ਼ਨ ਕਰਨੇ, ਸੰਤਾਂ ਦੇ ਬਚਨ ਸੁਣਨੇ ਤੇ ਜਿਹੜਾ ਅਭਿਆਸ ਸੀਗਾ ਉਹ ਵੀ ਚੱਲਦਾ ਸੀ। ਦੇਖੋ ਬਾਣੀ ਦੇ ਅਭਿਆਸ ਤੋਂ ਬਿਨਾਂ ਸਾਡਾ ਜੀਵਨ ਨਹੀਂ ਹੈ। ਸੰਤਾਂ ਨੇ ਵੀ ਕਿਹਾ ਕਿ ਜੀਵਨ ਹੈ ਜਿਹੜਾ ਅਭਿਆਸ ਨਾਲ ਹੈ ਤੇ ਗੁਰਬਾਣੀ ਨਾਲ ਹੈ। ਮੈਂ 29 ਤਰੀਕ ਨੂੰ ਜਦੋਂ ਉੱਥੇ ਜਾਣਾ ਸ਼ਾਮ ਨੂੰ, ਮੈਂ ਉੱਥੇ 3 ਵਜੇ ਪਹੁੰਚ ਜਾਣਾ, ਪਰ ਵੇਖੋ ਜ਼ਾਲਮ ਦੀ ਜਿਹੜੀ ਨੀਤ ਸੀ ਉਹ ਬਦਨੀਤ ਹੋ ਚੁੱਕੀ ਸੀ। ਜਿਹੜੀ ਸੰਗਤ ਅੰਦਰ ਜਾ ਰਹੀ ਸੀ ਦਰਬਾਰ ਸਾਹਿਬ ਨੂੰ,
ਉਹਨੂੰ ਕੋਈ ਰੋਕਿਆ ਟੋਕਿਆ ਨਹੀਂ ਜਾ ਰਿਹਾ ਸੀ। ਜਿਹੜੀ ਸੰਗਤ ਬਾਹਰ ਆ ਰਹੀ ਸੀ ਉਹਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਸੀ। ਅੱਛਾ। ਉਹਨਾਂ ਦੀ ਨਿਗਰਾਨੀ ਕੀਤੀ ਜਾਂਦੀ ਸੀ। ਜਿਵੇਂ CRPF ਇੱਥੇ ਮੋਰਚੇ 'ਚ ਹੈ ਤੇ 10-15 ਜਵਾਨ ਉਹਨਾਂ ਦੇ ਨਾਲ, ਜੇ ਬਾਬਾ ਸ਼ਹੀਦਾਂ ਦੇ ਜਾਂਦੇ ਬਾਬਾ ਦੀਪ ਸਿੰਘ ਦੇ ਤੇ ਉਹਨਾਂ ਦੇ ਮਗਰ ਤੁਰੀ ਜਾਂਦੀ ਉਵੇਂ ਜੀ ਪਿਕਟਾਂ ਤੁਰ ਕੇ ਉਹਨਾਂ ਦੇ ਮਗਰ ਪੈਟਰੋਲਿੰਗ ਕਰਦੇ ਨੇ। ਸੋ ਮੈਂ ਜਦੋਂ ਵੇਖਿਆ ਕਿ ਇਹ ਜਿਹੜੀ CRP ਦੇ ਮੋਰਚੇ ਨੇ ਬੜੇ ਸਖਤ ਨੇ, ਮੇਰੀ ਆਸ ਸੀ ਕਿ ਮੈਂ ਲੰਗਰ ਹਾਲ 'ਚ ਜਾਣਾ, ਲੰਗਰ ਛਕਣਾ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਪਹਿਲੇ ਪੰਗਤ ਪਾਛੇ ਸੰਗਤ, ਫਿਰ ਸੰਗਤ ਦੇ ਵਿੱਚ ਜਾਂਦੇ। ਤੇ ਮੈਂ ਠਹਿਰਦਾ ਗੁਰੂ ਰਾਮਦਾਸ ਸਰਾਂ 'ਚ ਸੀ, ਕਿਉਂਕਿ ਜਿਹੜੀਆਂ ਹੁਣ ਸਰਾਵਾਂ ਬਣੀਆਂ ਇਹ ਸਰਾਵਾਂ ਉਦੋਂ ਨਹੀਂ ਸੀ। ਉਦੋਂ ਆਕਾਰ ਰੈਸਟ ਹਾਊਸ ਤੇ ਤੇਜਾ ਸਿੰਘ ਸੁੰਦਰੀ ਹਾਲ ਤੇ ਬਸ ਇਹ ਗੁਰੂ ਰਾਮਦਾਸ ਸਰਾਂ ਸੀ, ਪੁਰਾਤਨ ਸਰਾਵਾਂ ਸੀ ਸਾਡੀਆਂ। ਪਰ ਜਿਹੜਾ ਉਦੋਂ ਦਾ ਮਾਹੌਲ ਸੀਗਾ ਜੀ, ਜਿਹੜਾ ਉਦੋਂ ਦਾ ਸਿੱਖਾਂ ਦੇ ਵਿੱਚ ਪਿਆਰ ਭਣਕਦਾ ਸੀ, ਉਹ ਅਥਾਹ ਸੀਗਾ ਜੀ। ਸੰਤਾਂ ਦੇ ਪ੍ਰਤੀ ਸੰਗਤ ਦੇ ਵਿੱਚ ਇੰਨੀ ਦ੍ਰਿੜਤਾ ਸੀ ਕਿ ਸੰਤ ਇੱਕ ਆਵਾਜ਼ ਦਿੰਦੇ ਸੀ ਤੇ ਹਜ਼ਾਰਾਂ ਸਿਰ ਦੇਣ ਨੂੰ ਨੌਜਵਾਨ ਤਿਆਰ ਹੁੰਦੇ ਸੀ। ਉਹਦੇ ਵਿੱਚ ਕੋਈ ਬੁੱਢਾ, ਕੋਈ ਨੌਜਵਾਨ, ਕੋਈ ਬੱਚਾ ਇਹ ਨਹੀਂ ਸੀ, ਹਰ ਇੱਕ ਹੀ ਆਪਣੇ ਤਤਪਰ ਸੀਗਾ, ਕਿਉਂਕਿ ਸੰਤਾਂ ਦੀ ਅਗਵਾਈ ਇਹੋ ਜਿਹੀ ਸੀ। ਨਾਲ ਜਿਹੜੇ ਸਾਡੇ ਸਿਰਲੱਥ ਯੋਧੇ ਬੱਬਰ ਖਾਲਸਾ ਸੀ, ਉਹ ਸਰਕਾਰ ਦੀ ਨਿਗਾਹ ਦੇ ਵਿੱਚ ਸਾਡੀ ਲੜਾਈ ਚੱਲ ਰਹੀ ਸੀ ਆਪਸ ਵਿੱਚ ਦੋਨਾਂ ਜਥੇਬੰਦੀਆਂ ਦੀ, ਵਿਖਾਇਆ ਜਾਂਦਾ ਸੀ ਸਾਡਾ ਕਿ ਇਹ ਤਾਂ ਆਪਸ ਵਿੱਚ ਬਹੁਤ ਹੀ ਜ਼ਿਆਦਾ ਲੜੇ ਹੋਏ, ਪਰ ਸਾਡਾ ਕੋਈ ਨਹੀਂ ਸੀ। ਇਹ ਗਰੀਲਾ ਜੰਗ ਦੀਆਂ ਨੀਤੀਆਂ ਹੁੰਦੀਆਂ ਸਾਡੀਆਂ, ਅਡੋਡੀ ਜਰਨੈਲਾਂ ਦੇ ਸੁਭਾਅ ਹੁੰਦੇ, ਉਸ ਤਰ੍ਹਾਂ ਉਹਨਾਂ ਨੂੰ ਵਿਚਰਨਾ ਹੁੰਦਾ। ਸੋ ਇਹ ਜਦੋਂ ਹੋਇਆ 29 ਤਰੀਕ ਨੂੰ ਮੈਂ ਉੱਥੇ ਰਹਿਣਾ, 30 ਨੂੰ ਉੱਥੇ ਆ ਮੈਂ ਤਾਂ 29 ਨੂੰ ਹੀ, ਭਾਵ ਕਿ ਫੌਜ ਦੀ ਜਿਹੜੀ ਹੈਗੀ ਉਹ ਰਵੱਈਆ ਤੁਹਾਨੂੰ ਲੱਗਦਾ ਸੀ ਅੰਦਾਜ਼ਨ ਵੀ ਸ਼ੱਕੀ ਜਿਹਾ ਹੈਗਾ? ਸ਼ੱਕੀ ਐ ਸੀ ਨਾ ਜੀ, ਮੋਰਚੇ ਪਹਿਲਾਂ ਹੀ ਉਹਨਾਂ ਨੇ ਪਿਕਟ ਬਣਾਏ ਹੋਏ ਸੀਗੇ ਫੌਜ ਨੇ ਬਾਹਰੋਂ। ਹਾਂ, ਜਿਹੜੀਆਂ ਬਿਲਡਿੰਗਾਂ ਸੀ ਹੁਣ ਵੇਖੋ ਢਵਾ ਦਿੱਤੀਆਂ ਸਰਕਾਰ ਨੇ, ਜਿਹੜੀ ਨੇੜੇ ਦਰਬਾਰ ਸਾਹਿਬ ਦੇ ਪ੍ਰਾਈਵੇਟ ਮਕਾਨ ਸੀਗੇ। ਅੱਛਾ। ਬਹੁਤ ਹੀ ਨੇੜੇ ਸੀਗੇ, ਤੁਸੀਂ ਉਹਨਾਂ 'ਚ ਮੋਰਚੇ ਬਣਾ ਲਏ ਸੀ ਫੌਜ ਨੇ? ਉਹਨਾਂ ਦੇ ਉੱਤੇ ਮੋਰਚੇ ਬਣੇ ਹੋਏ ਸੀ ਮਈ ਦੇ ਆਖਰੀ ਮਹੀਨੇ ਦੇ ਵਿੱਚ, ਬਸ ਆਖਰੀ 'ਚ 30-29 ਤੇ ਆ ਕੇ। ਜੀ। ਤੇ ਉਹ ਆਪਣੇ ਮੋਰਚੇ ਬਣਾ ਰਹੇ ਸੀ। ਪਰ ਇਹ ਸਾਰੀ ਗੱਲ ਦਾ ਜਿਹੜਾ ਇਲਮ ਸੀ ਉਹ 20ਵੀਂ ਸਦੀ ਦੇ ਮਹਾਨ ਸ਼ਹੀਦ ਨੂੰ ਸੀਗਾ ਕਿ ਇਹ ਕੀ ਕਰ ਰਹੇ ਨੇ, ਸਭ ਪਤਾ ਸੀ। ਪਤਾ ਕੀ ਸੀ ਕਿ ਜ਼ਾਲਮ ਨੇ ਜਿਹੜੀ ਗੱਲ ਕਰਨੀ ਉਹ ਕਰਨੀ ਹੈ, ਦੁਸ਼ਮਣ ਗੱਲ ਕਰੇ ਅਣਹੋਈ, ਉਹਨੇ ਅਣਹੋਈ ਗੱਲ ਕਰਨੀ ਸੀ। ਪਹਿਲੀ ਤਰੀਕ ਨੂੰ ਅਚਨਚੇਤ ਗੋਲੀ ਚਲਾ ਦਿੰਦੀ ਹੈ CRP। ਅੱਛਾ। ਉਹ ਗੋਲੀ ਦੇ ਨਾਲ ਜਮਨਾ ਨਗਰ ਦੇ ਬੱਬਰਾਂ ਦੇ ਮਹਾਨ ਯੋਧੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੁੰਦੇ ਆ ਬਾਬਾ ਟੱਲ ਵਾਲੀ ਜਗ੍ਹਾ ਤੇ। ਪਹਿਲੀ ਸ਼ਹੀਦੀ ਜੋ ਪਹਿਲੀ ਸ਼ਹੀਦੀ, ਉਹਦੇ ਵਿੱਚ 6-7 ਸਿੰਘ ਹੋਰ ਸ਼ਹੀਦ ਹੁੰਦੇ ਆ, ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਬਾਬਾ ਜੀ ਆਪ ਆ ਕੇ ਉਹਨਾਂ ਦੀ ਜਿਹੜੀ ਕਿਰਿਆ ਹੈ, ਜਿਹੜੀ ਉਹਨਾਂ ਦੀ ਅੰਤਮ ਕਿਰਿਆ ਹੈ, ਉਹ ਆਪ ਬਾਬਾ ਜੀ ਕਰਦੇ ਆ ਟੱਲ ਵਾਲੀ ਜਗ੍ਹਾ ਦੇ ਵਿੱਚ। ਅੱਛਾ। ਉੱਥੇ ਆਪਣੇ ਪਹਿਲਾਂ ਵੀ ਸ਼ਹੀਦਾਂ ਦੀਆਂ ਉੱਥੇ ਸੰਸਕਾਰ ਕੀਤੇ ਗਏ ਨੇ, ਉੱਥੇ ਲਿਆ ਕੇ ਉਹਨਾਂ ਨੂੰ ਸੰਸਕਾਰ ਕਰਦੇ ਆ। ਭਾਈ ਸਾਹਿਬ ਦੀ ਮਾਤਾ ਹੁੰਦੀ ਹੈ, ਭਾਈ ਸਾਹਿਬ ਦੇ ਬਜ਼ੁਰਗ ਹੁੰਦੇ ਆ, ਉੱਥੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੀਆਂ ਹਾਜ਼ਰੀ ਦੇ ਵਿੱਚ ਇਹ ਸੰਸਕਾਰ ਕੀਤੇ ਜਾਂਦੇ ਨੇ। ਤੇ ਆਪ ਮਹਾਂਪੁਰਸ਼ ਸੰਸਕਾਰ ਕਰਕੇ ਲੰਗਰ ਹਾਲ ਤੇ ਆ ਜਾਂਦੇ ਆ। ਲੰਗਰ ਹਾਲ ਤੇ ਜਦੋਂ ਆਪਾਂ ਉੱਪਰਲੀ ਬਿਲਡਿੰਗ ਨੂੰ ਜਾਵਾਂਗੇ ਹੇਠਾਂ ਤੋਂ, ਉੱਥੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਦਾ ਕਮਰਾ ਸੀਗਾ ਜੀ। ਜਦੋਂ ਆਪਾਂ ਚੜ੍ਹਦੇ ਆ ਪੌੜੀਆਂ, ਵੇਖੋ ਕਿਤੇ ਇਸ ਹੱਥ ਨਿਗਾਹ ਮਾਰੋਗੇ ਨਾ, ਪੌੜੀਆਂ ਇਸ ਤਰ੍ਹਾਂ ਜੀ, ਉਦੋਂ ਚੜੋਗੇ ਤਾਂ ਇਸ ਹੱਥ ਕਮਰਾ ਹੈ ਨਾਲ ਹੀ ਪੌੜੀਆਂ ਦੇ ਥੱਲੇ। ਭਾਈ ਸਾਹਿਬ ਦਾ ਉੱਥੇ ਰਹਿਣਾ ਸੀਗਾ, ਕਿਉਂਕਿ ਜੰਗ ਨੀਤੀ ਦੇ ਮੁਤਾਬਕ ਭਾਈ ਸਾਹਿਬ ਉਹਨਾਂ ਨੇ ਮੋਰਚੇ ਜਿਹੜੇ ਰਾਮਗੜੀਆ ਬੂੰਗੇ ਦੇ ਮਨਾਰ ਹੈ ਉਹਨਾਂ ਉੱਤੇ ਵੀ ਸੀਗੇ ਤੇ ਲੰਗਰ ਹਾਲ ਦੇ ਉੱਤੇ ਵੀ ਸੀ। ਭਾਈ ਅਮਰੀਕ ਸਿੰਘ ਦੇ ਨਾਲ ਭਾਈ ਸਾਹਿਬ ਦੇ ਘਰੋਂ ਮਾਤਾ ਪ੍ਰੀਤਮ ਕੌਰ, ਭੈਣ ਸਤਵੰਤ ਕੌਰ, ਬੜੀ ਛੋਟੀ ਸੀ ਉਦੋਂ ਤਾਂ ਇਹ ਵਿਚਾਰੀ, ਬੀਬੀ ਹਰਮੀਤ ਕੌਰ ਵੱਡੀ, ਭਾਈ ਅਮਰੀਕ ਸਿੰਘ ਦੀ ਸੁਪਤਨੀ ਬੀਬੀ ਹਰਮੀਤ ਕੌਰ ਤੇ ਭੈਣ ਸਤਵੰਤ ਕੌਰ, ਇਹ ਤੇ ਇੱਕ ਹੋਰ ਬੱਚਾ ਨਾਲ ਸੀਗਾ, ਛੋਟੇ ਬੱਚੇ ਸੀ ਇਹ ਉੱਥੇ ਖੜੇ ਆ ਭਾਈ ਸਾਹਿਬ ਕੋਲੇ। ਮੈਂ ਫਤਿਹ ਬੁਲਾ ਕੇ ਭਾਈ ਸਾਹਿਬ ਨੂੰ ਗਾਂਹ ਚਲਿਆ ਜਾਂਦਾ, ਕਿਉਂਕਿ ਨਿੱਜੀ ਤੌਰ ਤੇ ਜਾਣਦੇ ਸਾਂ ਇੱਕ ਦੂਜੇ ਨੂੰ, ਇਹ ਜੀ ਗੱਲ ਨਹੀਂ। ਭਾਈ ਸੁਖਦੇਵ ਸਿੰਘ ਬੱਬਰ, ਇਹ ਸਾਰੇ ਸਿੰਘ ਮੈਨੂੰ ਜਾਣਦੇ ਸੀ ਤੇ ਸਾਰਿਆਂ ਨੂੰ ਇੱਕ ਇਹੋ ਜਿਹਾ ਵਿਸ਼ਵਾਸ ਸੀ ਜਿਵੇਂ ਅਸੀਂ ਇੱਕ ਪਰਿਵਾਰ ਆ ਜੀ। ਤੇ ਗੁਰਸਿੱਖ ਹੁੰਦਾ ਵੀ ਪਰਿਵਾਰ ਹੈ ਜੀ, ਜੇ ਸਾਡਾ ਬਾਣੀ ਨਾਲ ਲਗਾਓ ਹੈ ਨਾ, ਅਸੀਂ ਸਾਰਾ ਪਰਿਵਾਰ ਹੀ ਆ, ਸਾਡੇ 'ਚ ਕੋਈ ਮਨ ਮਟਾਓ ਨਹੀਂ ਹੁੰਦਾ ਜੇ ਗੁਰਸਿੱਖੀ ਦੇ ਮੁਤਾਬਕ ਚੱਲਾਂਗੇ ਤਾਂ। ਮੈਂ ਜਦੋਂ ਫਿਰ ਇਹ ਗੱਲ ਹੋ ਜਾਂਦੀ ਹੈ ਤੇ ਸੰਤਾਂ ਨੇ ਕਿਹਾ ਕਿ ਭਾਈ ਖਾਲਸਾ ਜੀ, ਹੁਣ ਦੁਸ਼ਮਣ ਨੇ ਆਪਣੇ ਮਨ ਦੀ ਜਿਹੜੀ ਗੱਲ ਹੈ ਉਹ ਉਜਾਗਰ ਕਰ ਦਿੱਤੀ ਹੈ ਤੇ ਆਪਾਂ ਸਾਰੇ ਸੁਚੇਤ ਹੋ ਕੇ ਆਖਰੀ ਦਮ ਤੱਕ ਲੜਨਾ ਹੈ। ਅੱਛਾ। 1 ਜੂਨ ਨੂੰ ਸੰਤਾਂ ਨੇ ਜਿਹੜਾ ਇਹ 3 ਜੂਨ ਦੀ 3 ਜੂਨ ਦੀ ਗੱਲ ਹੈ। 1 ਨੂੰ ਸੰਸਕਾਰ ਭਾਈ ਮਹਿੰਗਾ ਸਿੰਘ ਜੀ ਦਾ ਤੇ 2 ਵੀ ਇਸ ਤਰ੍ਹਾਂ ਹੀ ਲੰਗੀ ਤਿਆਰੀ ਕਰਦੇ ਟੱਪੀ। 3 ਨੂੰ ਗੁਰੂ ਸਾਹਿਬ ਦਾ ਸ਼ਹੀਦੀ ਪੁਰਬ ਆ ਜਾਂਦਾ। ਦੇਖੋ ਸੰਗਤ ਦਾ ਬਹੁਤ ਹੜ ਆਇਆ ਹੋਇਆ ਸੀ, ਅਥਾਹ ਸੰਗਤ ਆਈ ਹੋਈ ਸੀ ਜਿਹੜੀ ਕਿ ਰਹੇ ਰੱਬ ਦਾ ਨਾਂ ਜੀ। ਜੇ ਇਹ ਸਾਨੂੰ ਕਹਿੰਦੇ ਆ ਕਿ ਵੀ ਅਸੀਂ ਉੱਥੇ ਅਲਾਉਸਮੈਂਟ ਕੀਤੀ ਆ, ਸਰਕਾਰ ਕਹਿੰਦੀ ਹੈ ਕਿ ਵੀ ਜਿਹੜੇ ਦੂਜੇ ਲੋਕ ਨੇ ਉਹ ਚਲੇ ਜਾਓ ਇੱਥੋਂ,
ਹੱਥ ਖੜੇ ਕਰਕੇ ਚਲੇ ਜਾਓ ਜਾਂ ਊਂ ਚਲੇ ਜਾਓ, ਅਸੀਂ ਕੁਝ ਨਹੀਂ ਕਵਾਂਗੇ। ਭਾਈ ਸਾਹਿਬ ਜੀ, ਜੇ ਇਹਨਾਂ ਨੇ ਇਹ ਗੱਲ ਕੀਤੀ ਹੁੰਦੀ ਤੇ ਸੰਗਤ ਨੂੰ ਅੰਦਰ ਕਿਉਂ ਆਉਣ ਦਿੰਦੇ? ਸੰਗਤ ਤਾਂ 4 ਜੂਨ ਤੱਕ ਵੀ ਅੰਦਰ ਆਈ ਗਈ ਹੈ। ਅੱਛਾ, ਇਹਨਾਂ ਨੇ ਨਹੀਂ ਰੋਕੀ ਕੋਈ ਅਨਾਉਂਸਮੈਂਟ ਨਹੀਂ ਹੋਈ ਪਾਉ, ਕੋਈ ਅਨਾਉਂਸਮੈਂਟ ਨਹੀਂ ਹੋਈ। ਅਨਾਉਂਸਮੈਂਟ ਹੁੰਦੀ ਤਾਂ ਸਾਡੇ ਵਾਲੇ ਪਾਸੇ ਹੋਣੀ ਸੀ ਨਾ, ਘੰਟਾ ਘਰ ਵਾਲੇ ਪਾਸੇ ਹੋਣੀ ਸੀ, ਲੰਗਰ ਹਾਲ ਵਾਲੇ ਪਾਸੇ ਹੋਣੀ ਸੀ, ਕੋਈ ਅਨਾਉਂਸਮੈਂਟ ਹੀ ਨਹੀਂ ਹੋ ਰਹੀ। 3 ਨੂੰ ਸੰਤਾਂ ਨੇ ਸਿੰਘਾਂ ਨੂੰ ਕਹਿ ਦਿੱਤਾ ਸੀਗਾ। ਸੰਤਾਂ ਨੇ 3 ਦੀ ਸੁਬਾਹ ਇਹ ਗੱਲ ਕਹਿ ਦਿੱਤੀ ਸੀ ਤੇ 3 ਦੀ ਸ਼ਾਮ ਨੂੰ ਸਾਰੇ ਸਿੰਘਾਂ ਨੂੰ ਸੱਦ ਕੇ ਟੋਟਲ ਸੰਗਤ ਵੀ ਬੈਠੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਰਾਂਡੇ ਵਿੱਚ, ਜਿਹੜੀ ਸਾਹਮਣੇ ਹੈ ਜਿੱਥੇ ਆਪਾਂ ਬਹਿੰਦੇ ਆ ਜਾ ਕੇ। ਉੱਥੋਂ ਸੰਤਾਂ ਨੇ ਸਪੀਕਰ ਦੇ ਉੱਤੇ ਬੋਲ ਕੇ ਕਿਹਾ ਕਿ ਖਾਲਸਾ ਜੀ, ਵੈਰੀ ਨੇ ਆਪਣਾ ਜਿਹੜਾ ਤਹੀਆ ਉਹ ਕਰ ਲਿਆ ਹੈ। ਹੁਣ ਜਿਹੜੇ ਸਿੰਘ ਇੱਥੇ ਸ਼ਹਾਦਤਾਂ ਦੇਣ ਵਾਲੇ ਨੇ ਉਹ ਭਾਈ ਸਿਰ ਧੜ ਤੇ ਬਾਜੀ ਲਾਉਣਗੇ। ਜਿਨ੍ਹਾਂ ਨੇ ਜਾਣਾ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ। ਤੇ ਮੈਂ ਮਹਾਂਪੁਰਸ਼ਾਂ ਦੇ ਮੁਖਾਰਬੰਦ ਤੋਂ ਇਹ ਗੱਲ ਸੁਣ ਰਿਹਾ ਸਾਂ ਕਿ ਮੋਹੇ ਮਰਨੇ ਕਾ ਚਾਉ ਹੈ, ਮਰੋਂ ਤੋਂ ਹਰ ਕੇ ਦਵਾਰ, ਮਤ ਹਰ ਪੁੱਛੈ ਕੌਣ ਹੈ, ਭਰਾ ਹਮਾਰੇ ਵਾਰ। ਇਹ ਬਾਣੀ ਦੀਆਂ ਤੁਕਾਂ ਗੁਣਗੁਣਾ ਰਹੇ ਨੇ ਸੰਤ ਜਨਰਲ। ਨਾਲੇ ਹਾਂਜੀ, ਨਾਲੇ ਸੰਗਤ ਨੂੰ ਸੰਬੋਧਨ ਕਰ ਰਹੇ ਕਿ ਭਾਈ ਤੁਸੀਂ ਉਹ ਵੇਲਾ ਆ ਗਿਆ ਆਪਣੇ ਤੇ ਜਿਹੜਾ ਹੁਣ ਸਿਰ ਧੜ ਦੀ ਬਾਜੀ ਲਾਉਣੀ ਪੈਣੀ ਹੈ। ਇਹ ਗੱਲ ਨੂੰ ਜਦੋਂ ਵੇਖਦੇ ਆ ਤੇ 4 ਤਰੀਕ ਨੂੰ ਸੁਬਾਹ 4 ਵਜੇ 4:15 ਦਾ ਟਾਈਮ ਹੋਊਗਾ, ਭਾਰਤ ਸਰਕਾਰ ਨੇ ਬਿਨਾਂ ਕਿਸੇ ਅਗਾਊ ਸੂਚਨਾ ਤੇ ਸਿੱਖਾਂ ਦੇ ਦਿਲ ਦੇ ਉੱਤੇ ਉਹ ਗੋਲਾ ਸੁੱਟਿਆ ਤੋਪ ਦਾ, ਜਿਹੜਾ ਆ ਕੇ ਦਰਬਾਰ ਸਾਹਿਬ ਤੋਂ ਸਰੋਵਰ ਦੇ ਵਿੱਚ ਡਿੱਗਦਾ ਹੈ। ਉਹ ਗੋਲਾ ਡਿੱਗਣ ਦੀ ਦੇਰ ਸੀ, ਹਜੇ ਸਤਿਗੁਰਾਂ ਦੀ ਸਵਾਰੀ ਆਉਂਦੀ ਆ, 5 ਵਜੇ ਆਉਣਾ ਹੁੰਦਾ। ਪ੍ਰਕਾਸ਼ ਵੀ ਨਹੀਂ ਸੀ ਹੋਇਆ। ਪ੍ਰਕਾਸ਼ ਵੀ ਨਹੀਂ ਹੋਇਆ ਸੀ। ਆਪਾਂ ਜਿਹੜੇ ਸਤਿਗੁਰਾਂ ਦੀ ਵਡਿਆਈ ਦੇ ਸ਼ਬਦ ਪੜ੍ਹਦੇ ਆ, ਉਸਤਤ ਕਰਦੇ ਆ ਸਤਿਗੁਰਾਂ ਦੀ, ਉਹ ਸ਼ਬਦ ਚੱਲ ਰਹੇ ਆ ਦਰਬਾਰ ਸਾਹਿਬ 'ਚ, ਸੱਚਖੰਡ 'ਚ, ਜਿਹੜੇ ਪਹਿਲਾਂ ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਆ। ਤੇ ਉਹ ਚੀਜ਼ ਨੂੰ ਜਦੋਂ ਵੇਖਦੇ ਆ, ਸੰਗਤ ਦੇ ਵਿੱਚ ਕੋਈ ਵੀ ਹਿਲਚਲ ਨਹੀਂ ਹੁੰਦੀ ਇਸ ਗੱਲ ਦੀ ਕਿ ਡਰ ਹੋਵੇ ਜਾਂ ਕੋਈ ਗੱਲ ਹੋਵੇ, ਕੋਈ ਗੱਲ ਨਹੀਂ ਹੁੰਦੀ। ਸੰਗਤ ਆਪਣੇ ਰੂਟੀਨ 'ਚ ਚੱਲ ਰਹੀ ਹੈ, ਬਾਣੀ ਚੱਲ ਰਹੀ ਹੈ, ਕੀਰਤਨ ਹੋ ਰਿਹਾ, ਕਿਉਂਕਿ ਗੁਰੂ ਦੁਆਰੇ ਹਰ ਕੀਰਤਨ ਸੁਣੀਆ ਹੈ, ਸਤਿਗੁਰ ਭੇਟ ਹਰ ਜਸ ਮੁਖ ਭਣੀਐ। ਬਾਣੀ ਮੇਰੇ ਮੁਖ ਦੇ ਵਿੱਚ, ਮੇਰੇ ਦਿਲ ਦੇ ਵਿੱਚ ਫੇਰ ਆਉਣੀ ਹੈ ਜੇ ਮੈਂ ਸਤਿਗੁਰੂ ਨੂੰ ਆਪਾ ਭੇਟ ਕਰੂੰਗਾ। ਸਤਿਗੁਰੂ ਦਾ ਬਚਨ ਵੀ ਹੈ, ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਹੁਣ ਭਾਇਆ ਜਿਹੜਾ ਸਤਿਗੁਰੂ ਨੂੰ ਹੈ ਉਹ ਬਾਬਾ ਜਰਨੈਲ ਸਿੰਘ ਜੀ ਦੇ ਸ਼ਹਾਦਤ ਹੈ, ਭਾਈ ਅਮਰੀਕ ਸਿੰਘ ਜੀ ਦੀ ਹੈ, ਅਨੇਕਾਂ ਹੋਰ ਗੁਰਸਿੱਖ ਹੈ, ਜਰਨਲ ਸ਼ਵੇਕ ਸਿੰਘ ਹੈ, ਬਾਬਾ ਠਾਰਾ ਸਿੰਘ ਜੀ ਹੈ, ਭਾਈ ਰਿਸ਼ਪਾਲ ਸਿੰਘ ਜੀ ਹੈ, ਭਾਈ ਮੋਹਰ ਸਿੰਘ ਜੀ ਹੈ, ਭਾਈ ਮਹਿੰਗਾ ਸਿੰਘ ਜੀ ਹੈ, ਅਨੇਕਾਂ ਗੁਰਸਿੱਖ ਹੈ ਜਿਨ੍ਹਾਂ ਨੇ ਆਪਣੇ ਤਨ ਦੀ ਬਾਜੀ, ਆਪਣੇ ਪ੍ਰਾਣਾਂ ਦੀ ਉਕਤੀ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਪਿਤ ਕੀਤੀ। ਉਸ ਦੇ ਵੇਲੇ ਜਦੋਂ ਇਹ 4 ਤਰੀਕ ਦਾ ਸਵੇਰਾ ਹੁੰਦਾ ਵੇਖੋ, ਤੇ ਮੀਂਹ ਵਾਂਗੂ ਗੋਲੀ ਚੱਲ ਪੈਂਦੀ ਹੈ ਜੀ। ਅੱਛਾ, ਜਿਹੜੀ ਪ੍ਰਕਰਮਾਂ 'ਚ ਸੰਗਤ ਬੈਠੀ ਹੈ ਉਹ ਦਾਣਿਆਂ ਵਾਂਗੂ ਭੁੱਜ ਜਾਂਦੀ ਹੈ। ਅੱਛਾ, ਕਿਉਂਕਿ ਗਰਮੀਆਂ ਦੇ ਦਿਨ ਸੀ, ਸੰਗਤ ਪ੍ਰਕਰਮਾਂ 'ਚ ਸੁੱਤੀ ਤੇ ਉਦੋਂ ਕੋ ਲਾਈਟ ਕੱਟੀ ਗਈ ਹੈ। ਅੱਛਾ, ਪਾਣੀ ਦਾ ਸੰਪਰਕ ਕੱਟਿਆ ਗਿਆ। ਲੰਗਰ ਜਿੰਨਾ ਕੁ ਤਿਆਰ ਸੀ, ਕਿਉਂਕਿ ਸੰਗਤ ਬੜੀ ਆਈ ਸੀ, ਲੰਗਰ ਹੁਣ ਜਿਹੜਾ ਦੂਜਾ ਤਿਆਰ ਹੋ ਰਿਹਾ ਸੀ ਉਹ ਛਕ ਰਹੇ ਆ। ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਉੱਥੇ ਪੰਜਾਬ ਪੁਲਿਸ ਹੈ ਜਾਂ CRPF ਹੈ ਜਿਹੜੀ ਉੱਥੇ ਖੜੀ ਹੈ, ਉਹ ਵੀ ਲੰਗਰ ਛਕ ਰਹੀ ਹੈ ਸਾਡੇ ਨਾਲ। ਅੱਛਾ, ਕੋਈ ਸਿੱਖ ਸੰਗਤ ਦੇ ਮਨ ਦੇ ਵਿੱਚ ਇਹ ਵਿਰੋਧ ਨਹੀਂ ਕਿ ਇਹਨਾਂ ਨੇ ਸਾਡੇ ਸਿੰਘ ਸ਼ਹੀਦ ਕਰ ਦਿੱਤੇ। ਤਾਂ 4 ਜੂਨ ਸਵੇਰ ਨੂੰ ਪਹਿਲਾਂ ਦਰਬਾਰ ਸਾਹਿਬ ਤੇ ਗੋਲਾ ਵੱਜਿਆ, ਜਿਹੜਾ ਸਰੋਵਰ 'ਚ ਤੁਸੀਂ ਕਹਿ ਰਹੇ ਹੋ ਡਿੱਗਿਆ, ਤੇ ਫਿਰ ਗੋਲੀਆਂ ਚੱਲੀਆਂ ਤੇ ਸੰਗਤ ਜਿਹੜੀ ਪ੍ਰਕਰਮਾਂ 'ਚ ਬੈਠੀ ਉੱਥੇ ਸ਼ਹੀਦ ਕੀਤੀ ਗਈ। ਸ਼ਹੀਦ ਕੀਤੀ ਗਈ। ਫਿਰ ਜਿਹੜੀ ਫੌਜ ਘੰਟਾ ਘਰ ਵਾਲੇ ਪਾਸਿਓਂ ਵੜਦੀ ਹੈ, ਸਿੰਘਾਂ ਨੇ ਫਿਰ ਆਹੂ ਲਾ ਦਿੱਤੇ ਉਹਨਾਂ ਨੇ। ਸਭ ਤੋਂ ਪਹਿਲਾਂ ਫੌਜ ਉਧਰੋਂ ਵੜਦੀ ਹੈ। ਤੁਸੀਂ ਉਸ ਵਕਤ ਕਿੱਥੇ ਸੀ? ਮੈਂ ਲੰਗਰ ਹਾਲ ਤੇ ਸਾਂ। ਅੱਛਾ, ਲੰਗਰ ਹਾਲ ਤੋਂ ਅਸੀਂ ਸਾਰਾ ਦਿਨ ਉੱਥੇ ਰਹੇ ਹਾਂ। ਕੋਈ 4 ਵਜੇ ਦੇ ਕਰੀਬ, 4 ਹੋਣ 5 ਵਜੇ ਹੋਣ, ਕਿਉਂਕਿ ਟਾਈਮ ਤਾਂ ਉਦੋਂ ਕਿਹੜਾ ਵੇਖਣਾ ਪੈਂਦਾ ਸੀਗਾ। ਅਸੀਂ ਦਰਬਾਰ ਸਾਹਿਬ ਦੀ ਜਿਹੜੀ ਲੰਗਰ ਵਾਲੀ ਬਾਈ ਹੈ ਉਹ ਦਰਵਾਜ਼ੇ ਕੋਲੇ ਆ ਜਾਂਦੇ ਹਾਂ। ਉਸ ਡਿਊਟੀ ਕੋਲੇ ਆ ਕੇ ਉੱਪਰ ਕਮਰਾ ਹੈ, ਐਸਾ ਕਮਰਾ ਜਦੋਂ ਜਾਓਗੇ ਉਹ ਕਮਰੇ 'ਚ ਅਸੀਂ ਆ ਕੇ ਪਨਾਹ ਲੈ ਲੈਂਦੇ ਹਾਂ। ਉੱਥੇ ਜਿੰਨੇ ਕਿ ਸਾਡੇ ਕੋਲ ਸ਼ਾਸਤਰ ਹੁੰਦੇ ਅਸੀਂ ਉਸ ਤਰ੍ਹਾਂ ਦਾ ਜੰਗ ਕਰਦੇ ਹਾਂ। ਜੇ ਕੋਈ ਸਾਨੂੰ ਦੀਂਦਾ ਹੈ ਕਿ ਵੀ ਆ ਇੱਧਰ ਆਉਂਦਾ ਇੱਧਰ ਆਉਂਦਾ। ਦੁੱਖਦਾਈ ਗੱਲ ਇਹ ਹੈ ਕਿ ਉਹ ਸਾਰਾ ਰਾਤ ਲੜਾਈ ਚੱਲਦੀ ਹੈ, 4 ਤੇ 5 ਅਨੇਕਾਂ ਫੌਜ ਮਰ ਜਾਂਦੀ ਹੈ। ਸਾਰੀ ਜਿਹੜੀ ਪ੍ਰਕਰਮਾ ਉਰਲੇ ਪਾਸੇ ਵਾਲੀ ਹੈ, ਦੁੱਖ ਭੰਜਣੀ ਬੇਰੀ ਕੋਲੇ, ਬਾਬਾ ਬੁੱਢ ਦੀ ਬੇਰ ਕੋਲੇ ਹਰੀ ਹਰੀ ਹੋਈ ਪਈ ਹੁੰਦੀ ਹੈ। ਇੱਕ ਵੀ ਫੌਜੀ ਜਿਉਂਦਾ ਨਹੀਂ ਛੱਡਿਆ ਸ਼ੇਰਾਂ ਨੇ ਜਿਹੜਾ ਪ੍ਰਕਰਮਾਂ ਦੇ ਵਿੱਚ ਵੜਿਆ। ਤੁਸੀਂ ਆਪਣੇ ਅੱਖੀ ਦੇਖਿਆ ਉੱਥੇ ਫੌਜ ਦੀਆਂ ਲਾਸ਼ਾਂ ਦੇ ਢੇਰ ਲੱਗੇ ਹੋਏ? ਦੇਖਿਆ ਜੀ, ਉਹ ਹੂਕਲਾ ਮਚਾ ਦਿੱਤੀ ਉੱਥੇ ਉਹਨਾਂ ਦੀ। ਮੈਂ ਕਹਿੰਦਾ ਸਿੰਘਾਂ ਨੇ ਇਹੋ ਜਿਹੀ ਜੰਗ ਲੜੀ ਜਿਹੜੀ ਆਪਾਂ
ਕਿਤਾਬਾਂ 'ਚ ਤਾਂ ਪੜ੍ਹੀ ਸੀ, ਪਰ ਸਾਨੂੰ ਨਕਸ਼ੇ ਤੇ ਤਾਂ ਦੀਂਦੀ ਸੀ, ਪਰ ਸਾਨੂੰ ਅੱਖੀਂ ਵਿਖਾ ਦਿੱਤੀ ਉਹਨਾਂ ਨੇ ਵੀ ਆਹ ਚੀਜ਼ ਤਾਂ ਹੁੰਦੀ ਹੈ। ਪਹਿਲਾਂ ਫੌਜ ਨੇ ਜਿੱਦਾਂ ਜਿਹੜੀ ਸਿੱਖ ਸੰਗਤ ਦਰਸ਼ਨ ਮੇਲੇ ਕਰਨ ਗਈ ਸੀ ਉਹ 4 ਦੀ ਅੰਮ੍ਰਿਤ ਵੇਲੇ ਨੂੰ ਸ਼ਹੀਦ ਕੀਤੀ, ਫਿਰ ਸਿੰਘਾਂ ਨੇ ਫੌਜ ਵੀ ਜਿਹੜੀ ਜਿੰਨੀ ਆਈ ਅੰਦਰੋਂ ਸਾਰੀ ਜਿਹੜੀ ਹੈਗੀ ਆ ਨਹੀਂ, ਜਦੋਂ ਉਹਨਾਂ ਨੇ ਗੋਲਾ ਸਿੱਟਿਆ ਨਾ, ਗੋਲਾ ਸਿੱਟਣ ਦੇ ਨਾਲ ਇਹਨਾਂ ਨੇ ਉਤਲੀਆਂ ਬਿਲਡਿੰਗਾਂ ਤੋਂ ਫਾਇਰਿੰਗ ਖੋਲੀ ਜੀ। ਸਿੰਘਾਂ ਨੇ ਜਦੋਂ ਹੁਣ ਉਹ ਕਿਉਂ ਖੋਲੀ ਗਈ ਸੀ, ਦੁਸ਼ਮਣ ਨੇ ਪਲਾਨ ਹੁੰਦੀ ਹੈ ਫੌਜ ਦੀ ਕਿ ਆਪਾਂ ਐ ਕਰਾਂਗੇ ਤਾਂ ਇਹਨਾਂ ਦਾ ਧਿਆਨ ਇੱਧਰ ਆਊਗਾ, ਧਿਆਨ ਬਟਾਉਣ ਦੀ ਖਾਤਰ ਉਹਨਾਂ ਨੇ ਫਾਇਰਿੰਗ ਕੀਤੀ ਵੀ ਸਿੰਘ ਇੱਧਰ ਨੂੰ ਚੱਲਣਗੇ। ਪਰ ਕੌਣ ਕਹੇ ਕਿ ਇਹ ਤਾਂ ਕੌਮ ਹੀ ਸਾਰੀ ਜੰਗੂਆਂ ਦੀ ਹੈ, ਇਹ ਤਾਂ ਜੰਗ ਲੜਨ ਵਾਲੀ ਕੌਮ ਹੈ, ਇਹਨਾਂ ਨੂੰ ਸਭ ਪਤਾ ਹੈ ਬੈਰੀ ਕੀ ਕਰਦਾ। ਇਹਨਾਂ ਨੇ ਪਹਿਲੇ ਪੋਜੀਸ਼ਨਾਂ ਉਹ ਜਿਹੀਆਂ ਲਈਆਂ ਹੋਈਆਂ ਸੀ। ਜਨਰਲ ਸ਼ਵੇਕ ਸਿੰਘ ਉਹ ਯੋਧਾ ਸੀ ਜਿਹਨੇ ਸਿਰ ਤਲੀ ਤੇ ਧਰ ਕੇ ਗੁਰੂ ਘਰ ਦੀ ਰਾਖੀ ਕੀਤੀ ਤੇ ਆਖਰੀ ਪ੍ਰਾਣ ਵੀ ਸੰਤ ਜਰਨੈਲ ਸਿੰਘ ਦੀ ਬੁੱਕਲ ਦੇ ਵਿੱਚ ਉਹਨਾਂ ਨੇ ਦਿੱਤੇ। ਮੈਂ ਜਦੋਂ ਇਹ 4 ਦੀ ਤੇ ਇਹ ਟਾਈਮ ਹੋ ਜਾਂਦਾ, ਕੋਈ 11-12 ਵਜੇ ਦਾ ਟਾਈਮ ਹੁੰਦਾ ਹੈ, ਕੁਝ ਸੰਗਤ ਲੰਗਰ ਹਾਲ ਚੋਂ ਨਿਕਲ ਕੇ ਪ੍ਰਕਰਮਾ ਕਰੀ ਨੂੰ ਜਾਂਦੀ ਹੈ, ਕਿਉਂਕਿ ਉਧਰ ਸੇਫ ਸੀ, ਉਧਰ ਸਿੰਘਾਂ ਦੇ ਮੋਰਚੇ ਸੀ, ਸੇਫ ਸੀ ਤੇ ਸੰਗਤ ਕੋਈ ਡਰੀ ਨਹੀਂ ਹੋਈ ਸੀ। ਮੈਂ ਕਹਿੰਦਾ ਵੀ ਡਰੀ ਹੋਈ ਸੰਗਤ ਉਧਰ ਜਾ ਰਹੀ ਸੀ, ਬੇਝਿਜਕ ਹੋ ਕੇ ਜਾ ਰਿਹਾ, ਚਾਹੇ ਬੁੱਢਾ ਹੈ, ਚਾਹੇ ਬੱਚਾ ਹੈ, ਚਾਹੇ ਜਵਾਨ ਹੈ, ਚਾਹੇ ਬੀਬੀ ਹੈ, ਚਾਹੇ ਮਾਂ ਹੈ ਕੋਈ। ਉਹ ਜਾਂਦੇ ਹੋਏ ਸਾਡੇ ਨਾਲ ਇੱਕ ਪਿੰਡ ਦੀ ਗੁੱਡੀ ਹੈ ਜਿਹੜੀ ਨੂੰ ਮੈਂ ਆਈ ਵਾਰ ਉਹਨੂੰ ਚੇਤੇ ਕਰਦਾ ਕਿ ਉਹ ਭੈਣ ਪਰਮਜੀਤ ਕੌਰ ਮੇਰੇ ਨਾਂ ਯਾਦ ਆਉਂਦਾ, ਕਿਉਂਕਿ ਉਹ ਅਸੀਂ ਨਾਂ ਕੋਲੇ ਖੜੇ ਸਨ, ਉੱਥੇ ਕਮਰੇ 'ਚ ਹੀ ਸਾਡੇ ਕੋਲੇ ਸੀ ਤੇ ਉਹਦੇ ਕਈ ਸਾਲਾਂ ਬਾਅਦ ਬੱਚਾ ਹੁੰਦਾ, ਲੜਕਾ ਹੁੰਦਾ। ਅੱਛਾ। ਉਹ ਸਤਿਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਨ ਆਉਂਦਾ ਪਰਿਵਾਰ ਨਾਲੇ, ਮਾਤਾ, ਭਰਾ, ਭਰਜਾਈ ਤੇ 12-12:30 ਵਜੇ ਉਸ ਭੈਣ ਦੇ ਗੋਲੀ ਪ੍ਰਕਰਮਾਂ ਦੇ ਵਿੱਚ ਲੱਗ ਜਾਂਦੀ ਹੈ, ਉਹਦੀ ਮਾਤਾ ਦੇ ਲੱਗ ਜਾਂਦੀ ਹੈ ਫੌਜ ਦੀ ਮਾਰੀ ਗੋਲੀ, ਫੌਜ ਦੀ ਗੋਲੀ ਆ ਕੇ ਤੇ ਉਹ ਭੈਣ ਡਿੱਗ ਪੈਂਦੀ ਹੈ। ਡਿੱਗਣੀ ਜਦੋਂ ਗੋਲੀ ਲੱਗ ਗਈ ਉਹਦੇ ਪ੍ਰਾਣ ਉੱਥੇ ਨਿਕਲ ਜਾਂਦੇ ਆ। ਅੱਛਾ। ਜਦੋਂ ਆਪਾਂ ਪ੍ਰਕਰਮਾਂ ਤੋਂ ਜਿੱਥੇ ਨਹਾਉਣ ਵਾਲੀਆਂ ਨੇ ਟੂਟੀਆਂ ਲੱਗੀਆਂ ਹੋਈਆਂ ਉਸ ਪਾਸੇ ਨੂੰ ਜਾਂਦੇ ਆ ਤਾਂ ਉੱਥੇ ਡਿੱਗ ਪੈਂਦੀ ਹੈ। ਹੁਣ ਅਸੀਂ ਉਤਲੇ ਚਵਾਰੇ 'ਚ ਸਾਨੂੰ ਦੀਂਦਾ ਸਾਰਾ ਕੁਝ, ਤੁਸੀਂ ਉੱਥੋਂ ਦੇਖ ਰਹੇ ਹੋ? ਉੱਥੋਂ ਦੇਖ ਰਹੇ ਹਾਂ, ਉੱਥੋਂ ਬੈਠੇ ਹੋਇਆਂ ਨੂੰ ਸਾਨੂੰ ਸਾਰਾ ਕੁਝ ਦੀਂਦਾ ਹੈ। ਤੇ ਆਰਮੀ ਦੇ ਕੁਝ ਜਿਹੜੇ ਰਿੜ ਕੇ ਫੌਜੀ ਆਏ ਹੋਏ ਸੀ, ਕੋਈ ਬਚਿਆ, ਉਹਨਾਂ ਦੇ ਮਨ ਦੇ ਵਿੱਚ ਇੰਨਾ ਗੁੱਸਾ ਸੀ ਕਿ ਉਹ 2.5 ਸਾਲ ਦਾ ਬੱਚਾ, ਦੁੱਧ ਚੁੰਗਦਾ ਬੱਚਾ, ਜਿਹਨੂੰ ਕੋਈ ਬੈਰੀ ਮਿੱਤਰ ਦਾ ਪਤਾ ਹੀ ਕੋਈ ਨਹੀਂ, ਸਾਰੇ ਮਿੱਤਰ ਹੈ ਉਹਦੇ ਬਾਰੇ, ਉਹ ਕੋਮਲ ਬੱਚੇ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ, ਕੱਲਾ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ, ਉਹ ਵੀ ਅਨੇਕਾਂ ਸਿੱਖ ਨੇ ਜਿਨ੍ਹਾਂ ਨੇ ਇਹ ਦਰਸ਼ਾਂਤ ਦੇਖਿਆ। ਉਸ ਬੱਚੇ ਨੂੰ ਭਾਈ ਸਾਹਿਬ ਜੀ ਲੱਕੜ ਨੂੰ ਲੱਤ ਤੇ ਲੱਤ, ਸੱਜੀ ਲੱਤ ਤੇ ਖੱਬਾ ਪੈਰ ਧਰ ਕੇ ਉਹਨੂੰ ਇਸ ਤਰ੍ਹਾਂ ਚੁੱਕ ਕੇ ਪਾੜ ਦਿੰਦੇ ਆ। ਓਹ ਵਾਹਿਗੁਰੂ। ਉਸ ਬੱਚੇ ਨੂੰ ਪਾੜਨ ਤੋਂ ਬਾਅਦ ਜੋ ਸਰੋਵਰ ਦੇ ਵਿੱਚ ਸਿੱਟੇ ਜ਼ਾਲਮਾਂ ਨੇ ਬੱਚੇ, ਡੁੱਬਦੇ ਹੋਇਆਂ ਦੇ ਸਿਰਾਂ 'ਚ ਗੋਲੀਆਂ ਮਾਰੀਆਂ, ਸਾਡੀਆਂ ਭੈਣਾਂ ਨੂੰ ਅਲਫ ਨੰਗੀਆਂ ਕਰਕੇ ਬੱਚੇ ਨੂੰ ਜਿਉਂਦੇ ਨੂੰ ਪਾੜ ਦਿੱਤਾ। 2.5 ਸਾਲ ਦੇ ਬੱਚੇ ਪਾੜ ਦਿੱਤਾ ਜੀ। ਭਾਰਤੀ ਫੌਜ ਨੇ। ਭਾਰਤੀ ਫੌਜ ਨੇ। ਕਿਹੜੇ ਇਨਸਾਫ ਦੀ ਗੱਲ ਕਰਦੇ ਹੋ ਤੁਸੀਂ? ਭਾਰਤ ਸਾਨੂੰ ਇਨਸਾਫ ਦੇਊਗੀ? ਮੈਂ ਉਹ ਬੀਬੀ ਦੇ ਛੋਟੇ ਬੱਚੇ ਨਾਲ ਹੋਇਆ, 2.5 ਸਾਲ ਦੇ ਬੱਚੇ ਨਾਲ, ਤਾਂ ਉਹ 2.5 ਮਹੀਨਿਆਂ ਦਾ ਜੀ, ਜੇ ਮਾਫ ਕਰਨਾ 2.5 ਮਹੀਨਿਆਂ ਦਾ ਜੇ ਬੱਚਾ ਹੋਇਆ ਸੀ, ਉਹ ਸੁੱਖ ਨਾਲ ਲਾਉਣ ਜਿੱਦਾਂ 2.5 ਮਹੀਨਿਆਂ ਦਾ ਹੋਊਗਾ ਬਸ। ਤੇ ਇਹ ਇਕੱਲੇ ਉਹ ਬੱਚੇ ਨਾਲ ਨਹੀਂ ਹੋਇਆ ਜੀ, ਅਨੇਕਾਂ ਬੱਚੇ ਸਾਡੀਆਂ, ਮੈਂ ਤਾਂ ਇੱਥੋਂ ਤੱਕ ਵੇਖਿਆ ਕਿ ਸਾਡੀਆਂ 3 ਪੀੜ੍ਹੀਆਂ ਖਤਮ ਕਰ ਦਿੱਤੀਆਂ ਜੀ ਸਰਕਾਰ ਨੇ। ਉੱਥੇ ਫੌਜ ਨੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ। ਮੈਂ ਉਹੀ ਗੱਲ ਕਹਿਣਾ ਨਾ ਜੀ, ਸਾਡੀਆਂ 3 ਪੀੜ੍ਹੀਆਂ, ਬਜ਼ੁਰਗ, ਨੌਜਵਾਨ ਤੇ ਬੱਚੇ, 3 ਪੀੜ੍ਹੀਆਂ ਹੋ ਗਈਆਂ ਨਾ, 3 ਪੀੜ੍ਹੀਆਂ ਖਤਮ ਕਰਤੀਆਂ ਜ਼ਾਲਮਾਂ ਨੇ। ਸਾਡੇ ਗੁਰੂ ਘਰ ਦੇ ਖਰੜੇ ਖਤਮ ਕਰ ਦਿੱਤੇ, ਸਾਡੀਆਂ ਜਿਹੜੀਆਂ ਲਿਖਤਾਂ ਸੀਗੀਆਂ, ਸਾਡੇ ਜਿਹੜੇ ਅਹਿਦਨਾਮੇ ਸੀਗੇ, ਅਨੇਕਾਂ ਸਾਡੇ ਧਾਰਮਿਕ ਗ੍ਰੰਥਾਂ ਨੂੰ ਅਗਨ ਭੇਟ ਕਰ ਦਿੱਤਾ ਇਹਨਾਂ ਨੇ। ਕਹਿੰਦੇ ਜਦੋਂ ਸੰਗਤ ਜਿਹੜੀ ਹੈ ਪ੍ਰਕਰਮਾਂ ਦੇ ਵਿੱਚ ਸੀ, ਜੇ ਕੋਈ ਜਲ ਛਕਣ ਵਾਸਤੇ ਸਰੋਵਰ ਵੱਲ ਨੂੰ ਜਾਂਦਾ ਸੀ ਤਾਂ ਉਹਨੂੰ ਵੀ ਗੋਲੀ ਮਾਰ ਦਿੰਦੀ ਸੀ ਫੌਜ। ਗੋਲੀ ਜੀ ਵੇਖੋ, ਉਹਨਾਂ ਨੇ ਤਾਂ ਕੁਝ ਛੱਡੇ ਨਹੀਂ। ਮੈਂ ਤੁਹਾਨੂੰ ਕਹਿੰਦਾ, ਪਾਣੀ ਵੀ ਜਿਹੜਾ ਸੀਗਾ ਖੂਨ ਨਾਲ ਲਾਲ ਹੋ ਗਿਆ ਸੀਗਾ ਸਰੋਵਰ ਦਾ ਤੇ ਉਹ ਪਾਣੀ, ਗਰਮੀ ਹੈ ਹੁਣ ਤਾਂ ਗਰਮੀ ਕੁਝ ਵੀ ਨਹੀਂ, ਉਹਨਾਂ ਦਿਨਾਂ ਦੇ ਵਿੱਚ ਭਾਈ ਸਾਹਿਬ ਜੀ ਅੱਗ ਬਲ ਰਹੀ ਸੀ, ਇੰਨੀ ਗਰਮੀ ਸੀ, ਕੋਈ ਕੁਦਰਤ ਦਾ ਕਹਿਰ ਹੀ ਸੀਗਾ ਤੇ ਪਾਣੀ ਤਾਂ ਉਹ ਸੜ ਚੁੱਕਿਆ ਸੀ। ਪਰ ਫਿਰ ਵੀ ਕਹਿੰਦੇ ਹੁੰਦੇ ਆ ਕਿ ਮਰਦੇ ਨੂੰ ਆਸ ਹੁੰਦੀ ਹੈ, ਤਿਨਕੇ ਦੀ ਆਸ ਵਾਲੀ ਗੱਲ ਸੀ। ਉੱਥੋਂ ਲੋਕ, ਸੰਗਤ ਜਿਹੜੀ ਸੀਗੀ, ਆਪਣੇ ਕੱਪੜੇ ਭਿਉਂ ਕੇ ਉਹਦੇ ਵਿੱਚੋਂ ਚੂਸਦੀ ਸੀ, ਆਪਣੇ ਪਸੀਨੇ ਪੀਤੇ ਲੋਕਾਂ ਨੇ। ਫੌਜ ਉਹ ਵੀ ਨਹੀਂ ਸੀ ਜਾਣ ਦੇ ਰਹੀ, ਉਹ ਵੀ ਨਹੀਂ ਜਾਣ ਦਿੰਦੀ ਸੀ, ਕਿਉਂਕਿ ਫੌਜ ਦਾ ਇੰਨਾ ਨੁਕਸਾਨ ਹੋ ਗਿਆ ਸੀ, ਫੌਜ ਨੂੰ ਜਰਨਾ ਹੀ ਔਖਾ ਸੀ। ਜ਼ਾਲਮਾਂ ਨੇ ਫਿਰ ਕੀ ਕੀਤਾ, ਸਾਡੀ ਜਿਹੜੀ ਟੈਂਕੀ ਸੀ ਪਾਣੀ ਵਾਲੀ, ਉਹ ਤੋੜ ਦਿੰਦੇ ਆ, ਰਾਤ ਨੂੰ ਉਹ ਟੁੱਟ ਜਾਂਦੀ ਹੈ। ਉਹਨਾਂ ਉੱਤੇ ਇਧਰੋਂ ਜਿਹੜੇ ਫੈਡਰੇਸ਼ਨ ਦਾ ਮੋਰਚੇ ਸੀਗੇ ਲੰਗਰ ਹਾਲ ਦੇ ਗੇਟ ਤੇ, ਜਦੋਂ ਪੜਦੇ ਆਪਾਂ ਲੰਗਰ ਹਾਲ ਪਾਸੇ, ਉਹ ਮੋਰਚੇ ਟੁੱਟ ਜਾਂਦੇ ਆ। ਫਿਰ ਤਾਂ ਇਹਨਾਂ ਨੇ ਜੀ ਮਾਣਾਈਆਂ ਕੀਤੀਆਂ ਗੁਰੂ ਰਾਮਦਾਸ ਸਰਾਂ ਦੇ ਵਿੱਚ, ਜਿੰਨੀ ਵੀ ਸੰਗਤ ਨੱਕੋ ਨੱਕ ਭਰੀ ਹੋਈ ਸੀ ਉਹ, ਤੇ ਉਹਦੇ ਕਮਰੇ ਤੁਸੀਂ ਜਾਣਦੇ ਹੋ 4 ਮੰਜ਼ਲੀ ਹੈ, ਉਹ ਸਾਰੇ ਕਮਰਿਆਂ ਦੇ ਵਿੱਚ ਸੰਗਤ ਦਾ ਹੜ ਆਇਆ ਹੋਇਆ ਸੀ ਤੇ ਉਹਨਾਂ ਨੂੰ ਦਾਣਿਆਂ ਨੂੰ ਭੁੰਨਤਾ ਜੀ।
H-36 ਸਿੱਟ ਕੇ ਗ੍ਰੇਨੇਡ ਗੋਲੀਆਂ ਨਾਲ ਪੈਟਰੋਲ ਬੰਬਾਂ ਨਾਲ ਮੈਂ ਕਹਿੰਦਾ ਉਹ ਕਰਮ ਕੀਤੇ ਉੱਥੇ ਸਰਕਾਰ ਨੇ ਜਿਹੜੇ ਨਹੀਂ ਬਣਦੇ ਸੀ। ਕਿਹੜੇ ਮੂੰਹ ਨਾਲ ਤੁਸੀਂ ਕਹੋਗੇ ਕਿ ਇਹ ਭਾਰਤ ਸਾਡਾ ਹੈ, ਇਹ ਸਾਨੂੰ ਸਿੱਖ ਰਾਜ ਨਹੀਂ ਚਾਹੀਦਾ? ਜਿਹੜੀ ਗੱਲ ਨੂੰ ਸੰਤ ਜਰਨੈਲ ਸਿੰਘ ਜੀ ਬਾਰੀ-ਬਾਰੀ ਦੁਹਰਾਉਂਦੇ ਸੀ ਤੇ ਉਹ ਗੱਲ ਅੱਜ ਵੀ ਅਸੀਂ ਮੰਗਦੇ ਹਾਂ ਹੁਣ ਆ ਕੇ ਸਾਰੇ। ਪਰ ਦੁੱਖ ਇਹਦਾ ਕਿ ਜਸਵੀਰ ਸਿੰਘ ਜੀ ਸਾਡੇ ਜਿਹੜੀਆਂ ਸੰਪਰਦਾਇਕ ਹੈ, ਸਾਡੇ ਜਿਹੜੇ ਜਥੇਬੰਦੀਆਂ ਇਹ ਪਤਾ ਨਹੀਂ ਕੀ ਭਾਲਦੀਆਂ, ਕੀ ਕਹਿਣਾ ਚਾਹੁੰਦੀਆਂ ਲੋਕਾਂ ਨੂੰ, ਇਹ ਇੱਕ ਕਿਉਂ ਨਹੀਂ ਹੋ ਰਹੀਆਂ? ਆ ਸ਼ਹੀਦਾਂ ਦਾ ਡੁੱਲਿਆ ਹੋਇਆ 84 ਦਾ ਖੂਨ, ਧੰਨ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਖਾਲਸਾ ਜੀ ਇੱਕ ਹੋ ਜਾਵੋ, ਨਹੀਂ ਤਾਂ ਹੁਣ ਤੁਸੀਂ ਵੇਖੀ ਜਾਂਦੇ ਹੋ ਕੀ ਹੋਊਗਾ ਆਪਣੇ ਨਾਲ। ਤਾਂ ਜੂਨ 84 ਦੇ ਵਿੱਚ ਜਦੋਂ 5 ਜੂਨ ਹੋ ਗਈ, ਤੁਸੀਂ ਕਹਿ ਰਹੇ ਹੋ ਬਹੁਤ ਜ਼ਿਆਦਾ ਜਿਹੜਾ ਫੌਜ ਨੇ ਕਹਿਰ ਢਾਇਆ ਤੇ ਮੁਕਾਬਲਾ ਵੀ ਗਹਿ ਚੱਲ ਰਿਹਾ ਸੀ। ਉਦੋਂ ਸੰਤ ਜੀ ਔਰ ਸਾਰਾ ਜਥਾ ਅਕਾਲ ਤਖਤ ਸਾਹਿਬ ਤੇ ਸੀ ਜੀ, ਉਹ ਅਕਾਲ ਤਖਤ ਸਾਹਿਬ ਤੇ ਸੀ। ਸੰਤਾਂ ਨੇ 6 ਜੂਨ ਨੂੰ ਜਾ ਕੇ ਜੰਗ ਕਰਦੇ ਨੇ ਸੰਤ, ਕਿਉਂਕਿ ਜਰਨੈਲ ਹੀ ਹੋਇਆ ਕਰਦਾ ਹੈ। ਉਦੋਂ ਪਹਿਲਾਂ ਜਰਨੈਲ ਸ਼ਵੇਕ ਸਿੰਘ ਜੀ ਤੇ ਭਾਈ ਅਮਰੀਕ ਸਿੰਘ ਜੀ ਲੜ ਰਹੇ, ਬਾਬਾ ਠਾਰਾ ਸਿੰਘ ਜੀ ਹੈ। ਇਹ ਸਾਰੇ ਸਿੰਘ ਆਪਣੀ ਜਿੰਦ ਜਾਨ ਵਾਰ ਕੇ ਗੁਰੂ ਘਰ ਦੀ ਰਾਖੀ ਕਰ ਰਹੇ ਨੇ। ਪਰ ਉਹਦੇ ਵਿੱਚੋਂ ਜਦੋਂ ਅਸੀਂ ਰਾਤ ਨੂੰ ਨਿਕਲਦੇ ਹਾਂ, ਤੁਸੀਂ ਕਿੰਨੀ ਤਰੀਕ ਨੂੰ? ਮੈਂ 5 ਦੀ ਤੇ 4 ਦੀ ਰਾਤ ਨੂੰ 12-1 ਵਜੇ ਦੇ ਕਰੀਬ ਅਸੀਂ ਨਿਕਲਦੇ ਹਾਂ, 6-7 ਜਣੇ ਅਸੀਂ। ਉਦੋਂ ਪਹਿਲਾਂ ਇਹਨਾਂ ਨੇ ਗੁਰੂ ਰਾਮਦਾਸ ਸਰਾਂ ਦੇ ਨਾਲ ਹੀ ਤੇਜਾ ਸਿੰਘ ਸੁੰਦਰੀਵਾਲ ਹੈ, ਤੇਜਾ ਸਿੰਘ ਸੁੰਦਰੀਵਾਲ ਦੇ ਵਿੱਚ ਜਿਹੜੇ ਸਿੰਘ ਫੱਟੜ ਹੋ ਗਏ ਸੀ ਗੁਰੂ ਰਾਮਦਾਸ ਸਰਾਂ ਦੇ ਵਿੱਚੋਂ, ਉਹਨਾਂ ਨੂੰ ਉਸ ਤੁਸੀਂ ਵੇਖਿਆ ਹੋਣਾ ਬਗੀਚਾ ਜਿਹਾ ਬਣਿਆ ਹੋਇਆ ਉੱਥੇ, ਥੋੜੀ ਜਿਹੀ ਪਾਰਕਿੰਗ ਹੈ ਜੀ, ਉੱਥੇ ਲਿਆ ਕੇ ਉਹਨਾਂ ਨੂੰ ਕਹਿੰਦੇ ਸੀ ਵੀ ਤੁਹਾਥੋਂ ਛਾਣਬੀਣ ਕਰਾਉਣੀ ਆ। ਉੱਥੇ 2 LMG ਬੀੜੀਆਂ ਹੋਈਆਂ ਸੀ, ਫੌਜ ਕਹਿੰਦੀ ਸੀ, ਫੌਜ ਨੇ ਉਹਨਾਂ ਨੂੰ ਦਾਣਿਆਂ ਵਾਂਗੂ ਭੁੰਨ ਦਿੰਦੇ ਸੀ ਲੈਣਾ ਚਵਾ ਕੇ। ਅੱਛਾ। ਤੇ ਉਹਨਾਂ ਤੇ ਕੈਮੀਕਲ ਸਿੱਟ ਕੇ ਉਹਨਾਂ ਨੂੰ ਖਤਮ ਕਰ ਦਿੰਦੇ। ਅੱਛਾ, ਉੱਥੇ ਹੀ ਸਿੱਖ ਸੰਗਤ ਨੂੰ ਜਿਹੜਾ ਗੋਲੀਆਂ ਮਾਰ ਕੇ ਉਹਨਾਂ ਤੇ ਕੈਮੀਕਲ ਪਾ ਦਿੰਦੀ ਸੀ ਭਾਰਤੀ ਫੌਜ। ਦੇਖੋ, ਮੈਨੂੰ ਜਿਵੇਂ ਹੁਣ ਆਪਾਂ ਬੈਠੇ ਗੱਲ ਕਰ ਰਹੇ ਹਾਂ ਇਸ ਤਰ੍ਹਾਂ ਬਹਾ ਲੈਂਦੇ ਸੀ, ਤੁਹਾਡਾ ਨਗਰ ਪੁੱਛਣਾ, ਤੁਹਾਡੇ ਪੁੱਛਣਾ ਵੀ ਸੰਬੰਧ ਹੈ ਕਿ ਨਹੀਂ। ਹੁਣ ਸੰਗਤ ਕੀ ਕਰੇ, ਬੇਵਸਾ ਹੈ, ਕਿਸੇ ਕੋਲ ਕੋਈ ਹਥਿਆਰ ਨਹੀਂ। ਆ ਸਾਡਾ ਜਿਹੜਾ ਗੁਰੂ ਸਾਹਿਬ ਨੇ ਚਿੰਨ੍ਹ ਦਿੱਤੇ, ਸਾਨੂੰ ਕਕਾਰ ਦਿੱਤੇ, ਇਹ ਤਾਂ ਆਮ ਸਿੱਖ ਦੀ ਹੈ, ਪਰ ਇਹਦੇ ਨਾਲ ਅਸੀਂ ਜੰਗ ਤਾਂ ਨਹੀਂ ਲੜ ਰਹੇ ਨਾ, ਇਹ ਤਾਂ ਸਾਡਾ ਚਿੰਨ੍ਹ ਹੈ, ਸਾਡੇ ਧਾਰਮਿਕ ਚਿੰਨ੍ਹ ਹੈ। ਤਾਂ ਫੌਜ ਕੋਲ ਕੋਈ ਕੈਮੀਕਲ ਸੀ ਪੂਰੀ ਤਿਆਰੀ ਦੇ ਨਾਲ ਆਇਆ ਸੀ? ਫੌਜ ਨੇ ਜੀ ਉਹ ਕੰਮ ਵਰਤਿਆ ਇੱਥੇ, ਉਹ ਹਥਿਆਰ ਵਰਤੇ ਆ ਜਿਹੜੇ ਕਿ ਅਸੀਂ ਦੁਸ਼ਮਣ ਫੌਜ ਤੇ ਵੀ ਨਹੀਂ ਵਰਤਦੇ। ਮੇਰੇ ਯਾਦ ਆਈ ਉਹ ਕਵਿਤਾ ਮੈਂ ਕਹੀ ਸੀਗੀ ਕਿ ਕੁਝ ਸਾਨੂੰ ਵੀ ਦੱਸੋ ਇਹ ਕਿੱਥੋਂ ਰੀਤ ਚਲਾਈ। ਵੇਖੋ UN ਦੇ ਵਿੱਚ ਲਿਖਿਆ ਹੋਇਆ ਹੈ ਕਿ ਆਪਣੇ ਦੇਸ਼ ਦੀ ਫੌਜ ਆਪਣੇ ਦੇਸ਼ ਦੇ ਨਾਗਰਿਕਾਂ ਤੇ ਹਮਲਾ ਨਹੀਂ ਕਰ ਸਕਦੀ, ਲਿਖਿਆ ਹੋਇਆ। ਪਰ ਲਿਖੇ ਦੀ ਅਹਿਮੀਅਤ ਉੱਥੇ ਹੁੰਦੀ ਹੈ ਜੀ ਜਿਹੜੇ ਨੇਕ ਦਿਲ ਰਾਜੇ ਹੋਣ, ਜਿਹੜੇ ਰਾਜੇ ਛੀ ਮੁਕੱਦਮ ਕੁੱਤੇ ਹੋਣ, ਉਹਨੇ ਤਾਂ ਉਹੀ ਕਰਮ ਕਰਨਾ ਜਿਹੜਾ ਕੁੱਤੇ ਕਰਦੇ ਹੁੰਦੇ ਆ। ਉਹ ਮੈਂ ਕਿਹਾ ਸੀ ਕਿ ਕੁਝ ਸਾਨੂੰ ਵੀ ਦੱਸੋ ਇਹ ਕਿੱਥੋਂ ਰੀਤ ਚਲਾਈ, ਫੌਜ ਆਪਣੇ ਵਤਨਾਂ ਦੀ ਕਰਦੀ ਸਿੱਖ ਧਰਮ ਤੇ ਚੜਾਈ। ਤੁਸੀਂ ਭੁੱਲੇ ਗੋਬਿੰਦ ਸਿੰਘ ਨੂੰ ਜਿਹਨੇ ਪੁੱਤਰ ਬਾਰੇ ਚਾਰੇ, ਇੱਕ ਨਾਮ ਸ਼ਵੇਕ ਸਿੰਘ ਦਾ ਮੇਜਰ ਜਰਨਲ ਖੜਾ ਪਕਾਰੇ। ਜਾ ਬੈਠਾ LMG ਤੇ ਜੋਧਾ ਮਿਣ ਭਾਜੀ ਤੋਲੇ, ਨੱਕ ਭੰਨੇ ਫੌਜੀਆਂ ਦੇ ਨਾਲੇ ਮੁੱਖੋਂ ਵਾਹਿਗੁਰੂ ਬੋਲੇ। ਸਿੰਘ ਹੋ ਸ਼ਹੀਦ ਗਿਆ ਪਾਲ ਕੁਦਰਤ ਕਹਿਰ ਗੁਜ਼ਾਰੇ, ਇੱਕ ਨਾਮ ਸ਼ਵੇਕ ਸਿੰਘ ਦਾ ਮੇਜਰ ਜਰਨਲ ਖੜਾ ਪਕਾਰੇ। ਉਸ ਜਰਨਲ ਨੇ ਭਾਰਤ ਸਰਕਾਰ ਨੂੰ ਉਹ ਸਿੱਖਿਆ ਦਿੱਤੀ ਜਿਹੜੀ ਮੈਂ ਕਹਿੰਦਾ ਕਿਸੇ ਜੰਗ ਦੇ ਵਿੱਚ ਭਾਰਤ ਨੂੰ ਨਹੀਂ ਮਿਲੀ। ਸਦਕੇ ਜਾਣਾ ਮੈਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ, ਸਦਕੇ ਜਾਣਾ ਉਸ ਸਾਰੀ ਟੀਮ ਦੇ 100 ਵਾਰ ਕੀ ਲੱਖਾਂ ਵਾਰ ਮੇਰਾ ਸਿਰ ਉਹਨਾਂ ਦੇ ਚਰਨਾਂ 'ਚ ਹੈ, ਜਿਨ੍ਹਾਂ ਨੇ ਸੱਚਖੰਡ ਦੀ ਰਾਖੀ ਕਰਦੇ ਹੋਏ, ਸਿੱਖ ਕੌਮ ਦੀ ਇੱਜ਼ਤ ਆਬਰੂ ਨੂੰ ਕਾਇਮ ਰੱਖਦੇ ਹੋਏ ਆਪਣੇ ਪ੍ਰਾਣਾਂ ਦੀ ਹੁੱਤੀ ਹੱਸ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਪਿਤ ਕੀਤੀ ਕਿ ਮੋਹੇ ਮਰਨੇ ਕਾ ਚਾਉ ਹੈ, ਮਰੋਂ ਤੋਂ ਹਰ ਕੇ ਦਵਾਰ, ਮਤ ਹਰ ਪੁੱਛੇ ਕੌਣ ਹੈ, ਭਰਾ ਹਮਾਰੇ ਬਾਰ। ਉੱਥੇ ਜੋ ਕੁਛ ਇਹਨਾਂ ਨੇ ਕੀਤਾ ਜ਼ਾਲਮਾਂ ਨੇ, ਭਾਈ ਸਾਹਿਬ ਜੀ ਦੱਸਣ ਤੋਂ ਪਰੇ ਹੈ। ਬੜਾ ਫੌਜ ਨੇ ਅਤਿਆਚਾਰ ਕੀਤਾ, ਬੁੱਢੀਆਂ ਮਾਵਾਂ ਦੇ ਠੁੱਡੇ ਮਾਰੇ ਗਏ, ਉਹਨਾਂ ਦੇ ਵੱਟ ਮਾਰੇ ਗਏ, ਜਿਹੜੀਆਂ ਭੈਣਾਂ ਗਰਭਵਤੀ ਸੀ ਉਹਨਾਂ ਦੇ ਪੇਟਾਂ 'ਚ ਵੱਟ ਮਾਰੇ ਗਏ, ਉਹਨਾਂ ਨੂੰ ਘਟੀਸ ਕੇ ਉਹਨਾਂ ਦੇ ਕੱਪੜੇ ਉਤਾਰੇ ਗਏ, ਉਹਨਾਂ ਨਾਲ ਉਹ ਕੁਕਰਮ ਕੀਤੇ ਗਏ ਜਿਹੜੇ ਜ਼ਾਲਮ ਨੇ ਕਦੇ ਕੀਤੇ ਨਹੀਂ ਹੋਣੇ। ਤਾਂ ਕੈਮੀਕਲ ਪਾ ਕੇ ਉਹਨਾਂ ਨੇ ਜਿਉਂਦੇ ਜਿਹੜਾ ਹੈਗਾ ਲੋਕਾਂ ਤੇ ਵੀ ਤਸ਼ੱਦਦ ਕੀਤਾ। ਹਾਂਜੀ, ਬਹੁਤ ਜ਼ਿਆਦਾ ਕੀਤਾ ਜੀ ਉਹਨਾਂ ਨੇ। ਉਹਦਾ ਜੇ ਤੁਹਾਡੇ ਤੇ ਵੀ ਪੈ ਜਾਂਦਾ ਤੁਹਾਡੀ ਚਮੜੀ ਉੱਧੜ ਜਾਣੀ ਸੀ, ਜਿਵੇਂ ਸੱਪ ਦੀ ਜ਼ਹਿਰ ਨਾਲ ਚਮੜੀ ਉੱਧੜਦੀ ਹੈ, ਇਸ ਤਰ੍ਹਾਂ ਉੱਧੜ ਜਾਂਦੀ। ਇੰਨੀ ਜ਼ਹਿਰੀਲਾ ਕੈਮੀਕਲ ਜਿਹੜਾ ਫੌਜ ਕੋਲ ਸੀ ਸਿੱਖਾਂ ਦੇ ਉੱਤੇ ਵਰਤਣ ਦੇ ਲਈ। ਹਾਂਜੀ, ਵਰਤਿਆ ਕਿੱਥੇ ਵੇਖੋ ਤੁਸੀਂ, ਜਿੱਥੋਂ ਸਭ ਨੂੰ ਜ਼ਿੰਦਗੀ ਮਿਲਦੀ ਹੈ, ਜਿੱਥੋਂ ਸਭ ਆਸਾਂ ਪੂਰੀਆਂ ਹੁੰਦੀਆਂ, ਉੱਥੇ ਵਰਤੇ। ਤਾਂ ਜਿੱਦਾਂ ਤੁਸੀਂ ਦੱਸ ਰਹੇ ਸੀ ਗੁਰੂ ਰਾਮਦਾਸ ਲੰਗਰ ਹਾਲ ਦੇ ਸਾਹਮਣੇ ਜਿਹੜੀ ਬਗੀਚੀ ਹੈ, ਉੱਥੇ ਸਿੱਖ ਸੰਗਤ ਨੂੰ ਬਿਠਾ ਲਿਆ ਜਾਂਦਾ ਸੀ, ਕੁਝ ਸਵਾਲ ਜਵਾਬ ਕੀਤੇ ਜਾਂਦੇ ਸੀ, ਫਿਰ ਕੈਮੀਕਲ ਪਾ ਕੇ ਜਿਹੜਾ ਉਹਨਾਂ ਦਾ ਸਰੀਰ ਜਿਹੜਾ ਹੈਗਾ ਉੱਥੇ ਸਾੜ ਦਿੱਤਾ ਜਾਂਦਾ ਸੀ।
ਤੇਜਾ ਸਿੰਘ ਸੁੰਦਰੀ ਹਾਲ ਸੀ। ਹੂੰ ਤੁਸੀਂ ਹੁਣ ਵੀ ਜਾਓਗੇ ਨਾ ਹੂੰ ਕਿਤੇ ਵੇਖੋ ਜਾ ਕੇ ਇਹ ਸ਼੍ਰੋਮਣੀ ਕਮੇਟੀ ਨੇ ਕੀ ਕੀਤਾ ਹੈ। ਰੱਬ ਜਾਣੇ ਕੀ ਇਹਨਾਂ ਦਾ ਸੌਦਾ ਹੋਇਆ ਕੀ ਨਹੀਂ, ਮੈਨੂੰ ਤਾਂ ਸਮਝ ਨਹੀਂ ਆਈ। ਜਿੱਥੇ ਲੱਖਾਂ ਗੋਲੀਆਂ ਵੱਜੀਆਂ ਹੋਈਆਂ ਉੱਥੇ ਲੱਖਾਂ ਪ੍ਰਾਣੀਆਂ ਨੇ ਪ੍ਰਾਣ ਦਿੱਤੇ ਆਪਣੇ, ਉਹ ਵੀ ਸਿੱਖ ਕੌਮ ਤੋਂ ਲੁਕੋਏ ਗਏ ਨੇ। ਜਦ ਵੇਲੇ ਤੁਸੀਂ ਜਾਂਦੇ ਸੋ 85 86 ਦੇ ਵਿੱਚ 87 ਦੇ ਵਿੱਚ ਜਾਂਦੇ ਸੀ ਤੇ ਉਹ ਸਾਰੇ ਛਾਣਨੀ ਕੀਤੀ ਜਾਂਦੀ ਸੀ ਤੇਜਾ ਸਿੰਘ ਸੁੰਦਰੀ ਹਾਲ ਦੀ ਸਾਹਮਣੀ ਬਿਲਡਿੰਗ। ਉਹ ਕੀ ਕੀਤਾ ਗਿਆ ਸੀ ਉੱਥੇ? ਕੋਈ ਦੀਵਾਲੀ ਤਾਂ ਵੇਖੀ ਨਹੀਂ ਸੀ ਕਿਸੇ ਨੇ ਚਲਾਏ ਪਟਾਕੇ। ਜ਼ਾਲਮ ਸਰਕਾਰ ਨੇ ਚਲਾਏ ਸੀ, ਜ਼ਾਲਮ ਸਰਕਾਰ ਨੇ ਸਿੱਖਾਂ ਉੱਤੇ ਚਲਾਏ ਸੀ। ਜ਼ਾਲਮ ਸਰਕਾਰ ਨੇ ਸਾਡੇ ਬੱਚਿਆਂ ਤੇ, ਸਾਡੀਆਂ ਮਾਵਾਂ ਤੇ, ਸਾਡੀਆਂ ਭੈਣਾਂ ਤੇ, ਸਾਡੇ ਨੌਜਵਾਨਾਂ ਤੇ, ਬਜ਼ੁਰਗਾਂ ਤੇ ਉੱਥੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਜਿਨ੍ਹਾਂ ਉੱਤੇ ਹੁਣ ਪਲੇਟਾਂ ਲੱਗੀਆਂ ਹੋਈਆਂ ਛੋਟੀਆਂ ਛੋਟੀਆਂ, ਤੁਸੀਂ ਵੇਖਿਓ ਉਹ ਕੁਝ ਸੈਂਕੜੇ 100-150 ਹੀ ਪਲੇਟ ਲੱਗੀ ਹੋਈ ਹੈ। ਭਾਈ ਸਾਹਿਬ ਜੀ ਉੱਥੇ 100-150 ਸਿੰਘ ਸ਼ਹੀਦ ਹੋਇਆ, 200 ਸਵਾ 200 ਤਾਂ ਬਾਬਾ ਜੀ ਨਾਲ ਹੀ ਸ਼ਹੀਦ ਹੋਏ ਨੇ। ਜਿਹੜੇ ਉਹੀ ਜਿਹੜਾ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਤੇ ਲੰਗਰ ਹਾਲ ਦੇ ਵਿਚਾਲੇ ਛੋਟੀ ਜੀ ਬਗੀਚੀ ਸੀ, ਉਸ ਜਗ੍ਹਾ ਤੇ ਉੱਤੇ ਆ ਕੇ ਕੈਮੀਕਲ ਜਿਹੜਾ ਸੁੱਟਿਆ ਜਾਂਦਾ। ਹਾਂਜੀ ਹਾਂਜੀ, ਉੱਥੇ ਨਾ ਬਹਾ ਕੇ LMG ਵੀਡੀਆਂ ਹੋਈਆਂ ਸੀ। ਉਹ ਛੋਟੀ ਮਸ਼ੀਨ ਗਨ ਲਾ ਲਓ ਕਿ LMG ਨਾਲੋਂ ਇੱਕ GPM ਆਉਂਦੀ ਹੈ ਜਿਹੜੀ ਆਮ ਕਰਕੇ ਮਿਲਟਰੀ ਜੀਪ ਦੇ ਉੱਤੇ ਲਾਈ ਹੁੰਦੀ ਹੈ, ਤੇ ਉਹਦੀ ਵਾਇਰਲ ਛੋਟੀ ਹੁੰਦੀ ਹੈ ਤੇ ਉਹਦੇ ਪਟਾ ਚੜਦਾ ਹੈ 200-150 ਗੋਲੀ ਦਾ। ਉਹ ਉੱਥੇ ਬੈਠੇ ਨੇ ਮਿਲਟਰੀ ਵਾਲੇ, ਸਭ ਗੜੁੱਚਾ ਦਾਰੂ ਨਾਲ, ਕੋਈ ਇਹੋ ਜਿਹਾ ਨਹੀਂ ਸੀ ਜਿਹੜਾ ਕਿ ਬਿਨਾਂ ਨਸ਼ੇ ਤੋਂ ਉੱਥੇ ਲੜ ਰਿਹਾ ਹੋਵੇ। ਤਾਂ ਦਰਬਾਰ ਸਾਹਿਬ ਦੇ ਵਿੱਚ ਜਦੋਂ ਫੌਜ ਗਈ, ਭਾਵ ਕਿ ਉਹ ਵੀ ਨਸ਼ਾ ਕਰਕੇ ਗਈ ਹੈ, ਅੰਨੇ ਕਰ ਦਿੱਤੇ ਉਹਨਾਂ ਨੂੰ। ਦੱਸੇ ਇਹ ਜਿੱਥੇ ਸਭ ਨੂੰ ਸਾਂਝੀਵਾਲਤਾ ਦਾ ਪਾਠ ਸਿਖਾਇਆ ਜਾਂਦਾ ਹੈ, ਉਸ ਘਰ ਦੇ ਉੱਤੇ ਜਦੋਂ ਜ਼ਾਲਮ ਚੜ੍ਹ ਕੇ ਆਇਆ ਤੇ ਫਿਰ ਸਿੰਘਾਂ ਨੇ ਉਹ ਜਲਵੇ ਵਿਖਾਏ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਦੀ ਨਿਗਰਾਨੀ ਦੇ ਵਿੱਚ ਯੋਧਿਆਂ ਨੇ ਕਰਕੇ ਵਿਖਾਏ ਸੀ। ਇੱਥੇ ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਤੇ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਵੇਕ ਸਿੰਘ ਜੀ, ਅਨੇਕਾਂ ਹੋਰ ਗੁਰਸਿੱਖਾਂ ਨੇ ਆਪਣੇ ਜਿਹੜੇ ਨੇ ਪ੍ਰਾਣ ਦਿੱਤੇ। ਉਹਨਾਂ ਦੇ ਵਿੱਚੋਂ ਹੀ ਭਾਈ ਮੋਹਰ ਸਿੰਘ ਜੀ, ਭਾਈ ਮੋਹਰ ਸਿੰਘ ਜੀ ਉਹ ਸੂਰਬੀਰ ਹੈ ਜਿਹਦੇ ਪਰਿਵਾਰ ਦੇ ਸਣੇ ਭਾਈ ਮੋਹਰ ਸਿੰਘ 4 ਜੀ ਸ਼ਹੀਦ ਹੁੰਦੇ ਆ ਦਰਬਾਰ ਸਾਹਿਬ ਦੀ ਪਰਿਕਰਮਾ 'ਚ, ਜਿਹਦੀਆਂ ਬੱਚੀਆਂ ਨੇ ਛੋਟੀਆਂ ਛੋਟੀਆਂ ਸਤਨਾਮ ਕੌਰ ਤੇ ਵੈਗਰੂ ਕੌਰ, ਤੇ ਭਾਈ ਸਾਹਿਬ ਦੇ ਘਰੋਂ ਸਿੰਘਣੀ ਹੈ। ਆਪਣੇ ਤਨ ਦੇ ਨਾਲ ਵੇਖੋ ਕਿਹੜਾ ਬੰਦਾ ਜਿਹੜਾ ਆਪਣੇ ਗੁਰੂ ਤੋਂ ਇੰਨਾ ਕੁਰਬਾਨ ਹੁੰਦਾ ਹੈ, ਉਹ ਸਿੱਖ ਹੈ। ਕਿਉਂਕਿ ਗੁਰੂ ਅਰਜਨ ਦੇਵ ਦਾ ਹੁਕਮ ਹੈ ਕਿ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਸਿੱਖ ਦਾ ਜੀਵਨ ਇਹ ਹੈ। ਉਹਨਾਂ ਨੇ ਬੈਲਟ ਅਮਰ ਮੰਨ ਕੇ ਆਪਣੇ ਤਨ ਨਾਲ ਭਾਰਤ ਸਰਕਾਰ ਦੇ ਟੈਂਕਾਂ ਨੂੰ ਤੋੜ ਦਿੱਤਾ। ਉਹਨਾਂ ਸੂਰਵੀਰਾਂ ਨੇ ਆਪਣੇ ਪ੍ਰਾਣ ਦੇ ਦਿੱਤੇ ਉਸ ਪਰਿਵਾਰ ਨੇ। ਮੈਂ ਪਹਿਲਾਂ ਵੀ ਸਿੰਘ ਸਾਹਿਬ ਨੂੰ ਬੇਨਤੀ ਕਰੀ ਸੀ, ਹੁਣ ਵੀ ਕਰਦਾ ਕਿ ਸਿੰਘ ਸਾਹਿਬ ਜੀ ਉਹ ਜੇ ਸੂਰਵੀਰਾਂ ਦੇ ਆਪਾਂ ਤਾਂ ਉੱਥੇ ਗੁਰਦੁਆਰਾ ਤਾਂ ਨਹੀਂ ਬਣਾ ਸਕਦੇ, ਉਹਨਾਂ ਦੀ ਯਾਦ 'ਚ ਉੱਥੇ ਬੋਰਡ ਤਾਂ ਲਾ ਦਿਓ ਵੀ ਆਹ ਸੂਰਵੀਰਾਂ ਨੇ ਆਹ ਇੱਥੇ ਕਾਰਨਾਮੇ ਕੀਤੇ, ਉਹਨਾਂ ਦੀ ਜੀਵਨੀ ਤਾਂ ਲਿਖ ਕੇ ਲਾ ਸਕਦੇ ਹਾਂ ਅਸੀਂ। ਜਦੋਂ ਉੱਥੇ ਸੰਗਤਾਂ ਬੈਠੀਆਂ ਸੀ ਉਹਨਾਂ ਤੇ ਕੈਮੀਕਲ ਸੁੱਟਿਆ ਜਾ ਰਿਹਾ ਸੀ, ਸਾਡੇ ਵੀ ਉਦੋਂ ਤੋਂ ਉੱਡ ਕੇ ਪਿਆ ਜਿਹੜਾ ਅਸੀਂ ਕਿਸੇ ਨੂੰ ਫੱਟੜ ਹੋਏ ਨੂੰ ਚੱਕਦੇ ਸਾਂ, ਤੇ ਮੇਰਾ ਵੀ ਮਾਸ ਉੱਤਰਿਆ। ਅੱਛਾ, ਇਹ ਇੰਨਾ ਭਿਆਨਕ ਸਮਾਂ ਸੀ ਉਸ ਵੇਲੇ ਕਿ ਹਰ ਇੱਕ ਹੀ ਸਿੱਖ ਇੱਕ ਦੂਜੇ ਨੂੰ ਬਚਾਉਣ ਦੀ ਖਾਤਰ ਵੀ ਜਾਨਾਂ ਕੁਰਬਾਨ ਕਰ ਗਏ। ਕੋਈ ਬੱਚੇ ਨੂੰ ਚੱਕਣ ਗਿਆ ਸ਼ਹੀਦ ਹੋ ਗਿਆ, ਕੋਈ ਕਿਸੇ ਭੈਣ ਦੀ ਇੱਜ਼ਤ ਬਚਾਉਣ ਦੀ ਖਾਤਰ ਜ਼ਾਲਮ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ। ਭਾਈ ਸਾਹਿਬ ਜੀ ਉਹ ਅਤਿਆਚਾਰ, ਉਹ ਜ਼ੁਲਮ ਦੁਸ਼ਮਣ ਵੀ ਨਹੀਂ ਕਰਦਾ ਸਾਡੇ ਨਾਲ ਜਿਹੜਾ ਸਾਡੇ ਆਪ ਦੀ ਫੌਜ ਨੇ ਕੀਤਾ। ਤੇ ਮੈਂ ਤਾਂ ਸਿੱਖ ਕੌਮ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇੱਕ ਹੋਵੋ, ਫਿਰ ਆਪਾਂ ਇਸ ਗੱਲ ਦੀ ਪ੍ਰਾਪਤੀ ਕਰਾਂਗੇ ਜਿਹੜੀ ਸਾਰੀ ਹੈਗੀ। ਸਾਨੂੰ ਕਾਹਦੇ ਵਿਖਰੇਵੇਂ, ਮੈਨੂੰ ਤਾਂ ਸਮਝ ਨਹੀਂ ਆ ਰਹੀ ਜੀ, ਕਿਉਂ ਇਹ ਕਰ ਰਹੇ ਹਾਂ ਅਸੀਂ, ਕਾਹਦੇ ਪਿੱਛੇ ਕਰ ਰਹੇ ਹਾਂ। ਇਹ ਇੱਕ ਹੋ ਕੇ ਚੱਲਾਂਗੇ ਤੇ ਸਾਨੂੰ ਕੋਈ ਬੋਲੂਗਾ ਨਹੀਂ। ਤੁਹਾਡੇ ਤੇ ਵੀ ਕੈਮੀਕਲ ਪਿਆ ਹੈਗਾ, ਤੁਸੀਂ ਦਿਖਾ ਸਕਦੇ ਹੋ? ਆ ਦੇਖੋ ਆ ਜਦੋਂ ਅਸੀਂ ਇੱਥੇ ਲੜਦੇ ਸਾਂ ਉਦੋਂ ਸਾਡੇ ਤੇ ਵੀ ਪਿਆ, ਮੇਰੀ ਬੱਖੀ ਤੇ ਵੀ ਪਿਆ ਹੋਇਆ। ਤੋ ਇਹ ਚੀਜ਼ਾਂ ਨੂੰ ਜਦੋਂ ਵੇਖਦੇ ਆ ਨਾ, ਦੇਖੋ ਇਹ ਕੋਈ ਦੁੱਖ ਦੀ ਗੱਲ ਨਹੀਂ ਕਿ ਮੇਰੇ ਤੇ ਪੈ ਗਿਆ ਜੀ, ਉਹ ਸਾਰੀ ਕੌਮ ਤੇ ਪੈ ਗਿਆ, ਮੇਰੇ ਤੇ ਕੀ ਪੈ ਗਿਆ। ਤਾਂ ਇੱਕ ਹੋਰ ਹੈ, ਜਿਹੜੇ ਫਿਰ ਸਿੱਖ ਸੰਗਤ ਉੱਥੇ, ਜਿਹੜੀ ਸਿੱਖ ਸੰਗਤ ਮਤਲਬ ਲੜਾਕੂ ਨਹੀਂ ਸੀ, ਭਾਵ ਜਿਹੜੇ ਹਥਿਆਰਬੰਦ ਯੋਧੇ ਨਹੀਂ ਸੀ, ਦਰਸ਼ਨ ਮੇਲਿਆਂ ਨੂੰ ਸੰਗਤ ਗਈ ਸੀ, ਉਹ ਕਿੰਨੀ ਕੁ ਗਿਣਤੀ ਦੇ ਵਿੱਚ ਸਿੱਖ ਸੰਗਤ ਦੇ ਉੱਤੇ ਤਸ਼ੱਦਦ ਫੌਜ ਨੇ ਕੀਤਾ? ਲੱਖਾਂ ਦੇ ਹਿਸਾਬ 'ਚ ਸੀਗੀ। ਹੁਣ ਤੁਸੀਂ ਵੇਖ ਲਓ ਕਿ ਕਿੰਨੀ ਪਰਿਕਰਮਾ ਦਾ ਏਰੀਆ ਹੈ, ਕਿੰਨਾ ਗੁਰੂ ਰਾਮਦਾਸ ਦਾ ਏਰੀਆ ਹੈ, ਕਿੰਨਾ ਲੰਗਰ ਹਾਲ ਹੈ। ਸਿੱਖ ਸੰਗਤ ਦਾ ਤਾਂ 2-3 ਲੱਖ ਤਾਂ ਆਮ ਹੀ ਸੰਗਤ ਹੁੰਦੀ ਆਪਣੇ ਆਉਂਦੀ ਹੈ। ਭਾਵ ਕਿਸੇ ਵੀ ਸੰਗਤ ਨੂੰ ਮਤਲਬ ਬਖਸ਼ਿਆ ਵੀ ਨਹੀਂ ਗਿਆ। ਚਲੋ ਇੱਕ ਤਾਂ ਲੜਾਕੂ ਸੀ, ਲੜਾਕੂ ਤੇ ਭਾਰਤੀ ਫੌਜ ਦੇ ਲਈ ਇਹ ਸੀ ਜੀ ਇਹ ਲੜਨ ਵਾਲੇ ਆ, ਸਾਨੂੰ ਮਾਰਦੇ ਆ, ਹਨਾ, ਇਹ ਵੱਖਵਾਦੀ ਨੇ। ਪਰ ਆਮ ਸਿੱਖ ਸੰਗਤ ਜਿਹੜਾ ਤੁਸੀਂ 2.5 ਮਹੀਨੇ ਦਾ ਬੱਚਾ ਦੱਸਿਆ, ਹਨਾ, ਜਾਂ ਬਜ਼ੁਰਗ ਸੰਗਤ ਸੀ, ਬੀਬੀਆਂ ਸੀ ਜਿਹਨਾਂ ਦੀ ਪੱਤ ਫੌਜ ਨੇ ਰੋਲੀ, ਉਹਨਾਂ ਦਾ ਕੀ ਕਸੂਰ ਸੀ ਉੱਥੇ? ਕਸੂਰ ਇਹ ਸੀ ਕਿ ਉਹਨਾਂ ਨੇ ਸਿੱਖਾਂ ਦੇ ਘਰੇ ਜਨਮ ਲਿਆ ਸੀ, ਉਹਨਾਂ ਦੇ ਚਿਹਰੇ ਮੋਹਰੇ ਸਿੱਖਾਂ ਵਾਲੇ ਸੀ। ਉਹਨਾਂ ਨੂੰ ਇਹ ਗੱਲ ਰੜਕਦੀ ਸੀ ਕਿ ਇਹ ਸਾਰੀ ਨਸਲ ਜਿਹੜੀ ਅੱਜ ਤੋਂ ਬਾਅਦ ਜਵਾਨ ਹੋਊਗੀ, ਇਹਨਾਂ ਨੇ ਵੀ ਇਹੀ ਕੁਝ ਕਰਨਾ ਹੈ। ਕਿਉਂਕਿ
ਆਪਣੇ ਇਤਿਹਾਸ ਦੇ ਵਿੱਚ ਵੀ ਹੈ ਹੂੰ ਕਿ ਸਿੱਖ ਉਹਨਾਂ 'ਚ ਇੱਕ ਲੜਦਾ ਰਹੂਗਾ ਜਿੰਨਾ 'ਚ ਇੱਕ ਇਹਨੂੰ ਕੋਈ ਦਬਾਉਣ ਦੀ ਕੋਸ਼ਿਸ਼ ਕਰੂਗਾ, ਇਹਦੇ ਹੱਕ ਖੋਊਗਾ। ਹੂੰ ਇਹ ਤਾਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਵੀ ਆਪਾਂ ਆਮ ਕਰਕੇ ਪੜ੍ਹਦੇ ਹਾਂ, ਹੂੰ। ਸੁਣਦੇ ਹਾਂ ਸਾਡੇ ਰਾਗੀ ਢਾਡੀ ਪ੍ਰਚਾਰਕਾਂ ਤੋਂ ਵੀ, ਕਿ ਉਹਨਾਂ ਨੇ ਕਿਹਾ ਸੀ ਕਿ ਇਹ ਸੂਬੇ ਹੂੰ। ਜੇ ਸਾਨੂੰ ਛੱਡ ਦੇਂਗਾ ਤੇ ਅਸੀਂ ਸਿੰਘਾਂ ਨੂੰ ਇਕੱਠੇ ਕਰਾਂਗੇ, ਫਿਰ ਇਕੱਠੇ ਕਰਕੇ ਅਸੀਂ ਤੁਹਾਡੇ ਨਾਲ ਜੰਗ ਲੜਾਂਗੇ। ਹੂੰ ਇਹ ਕੋਈ ਸਰਕਾਰ ਤੋਂ ਭੁੱਲੀ ਗੱਲ ਨਹੀਂ, ਹੂੰ ਅਸੀਂ ਭੁੱਲੇ ਹਾਂ। ਹੂੰ। ਅਸੀਂ ਸਰਕਾਰ ਨੂੰ ਆਪਦਾ ਸਮਝੀ ਬੈਠੇ ਸਾਂ, ਸੈਂਟਰ ਨੂੰ ਆਪਦਾ ਸਮਝੀ ਬੈਠੇ ਸਾਂ, ਹੂੰ। ਪਰ ਇਹ ਸਾਡੀ ਨਹੀਂ ਸੀ। ਤਾਂ ਜਿਹੜੀ ਫੌਜ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਨ ਲਈ ਚੜ੍ਹੀ ਗਈ, ਜਿਹੜੀ ਅਤਿਆਚਾਰ ਕਰ ਰਹੀ ਸੀਗੀ, ਉਹ ਸਾਰੀ ਗੈਰ ਪੰਜਾਬੀ ਜਾਂ ਗੈਰ ਸਿੱਖੀ ਫੌਜ ਸੀ ਟੋਟਲ? ਭਾਈ ਸਾਹਿਬ ਜੀ, ਜਿਹੜਾ ਰੋਟੀ ਖਾਤਰ ਲੜਦਾ ਉਹਦੇ ਚ ਪੰਜਾਬੀ ਤੇ ਗੈਰ ਪੰਜਾਬੀ ਦੀ ਗੱਲ ਨਹੀਂ ਹੁੰਦੀ, ਹੂੰ ਪਰ ਬਾਹਲੀ ਫੌਜ ਜਿਹੜੀ ਸੀਗੀ ਉਹ ਹੋਰ ਹੀ ਸੀਗੇ, ਮਹੱਤੇ ਸੀਗੇ ਜਾਂ ਤਾਮਿਲਨਾਡੂ ਜੇ ਸੀਗੇ, ਹੂੰ। ਜਿਹੜੇ ਕਿ ਸਿੱਖ ਫੌਜ ਨਹੀਂ ਕਹਿ ਸਕਦੇ। ਹੂੰ ਉਹਨਾਂ ਵਿੱਚ ਸਿੱਖ ਫੌਜੀ ਵੀ ਸਨ ਗਏ, ਅੱਛਾ ਪਰ ਉਹਨਾਂ ਨੂੰ ਸਿੱਖ ਕਿਵੇਂ ਕਹਾਂਗੇ ਜਿਹੜੇ ਗੁਰੂ ਘਰ ਤੇ ਚੜ੍ਹ ਕੇ ਆ ਗਏ। ਹੂੰ ਉਹ ਤਾਂ ਪਹਿਲਾਂ ਮੁਗਲਾਂ ਦੇ ਵਿੱਚ ਵੀ ਸਾਡੇ ਹੁੰਦੇ ਸੀਗੇ, ਹੂੰ ਉਹ ਉਸੇ ਤਰ੍ਹਾਂ ਹੀ ਚੱਲ ਰਹੇ ਸੀ ਜਿਵੇਂ ਕਿ ਸੁੱਚਾਨੰਦ ਵਰਗੇ ਹੂੰ ਚਿਹਰੇ ਮੋਹਰੇ ਸਾਡੇ ਹੋਣੇ, ਤੇ ਪਰ ਜਿਹੜੀ ਗੱਲ ਸੀ ਉਹ ਸਰਕਾਰ ਦੀ ਕਰਨੀ। ਉਹਨਾਂ ਨੇ ਪੱਖ ਤਾਂ ਸਰਕਾਰ ਦਾ ਪੂਰਿਆ ਜੀ, ਹੂੰ ਲੜੇ ਵੀ ਸਾਡੇ ਵਿਰੁੱਧ ਉਹ, ਹੂੰ ਸਾਰਿਆਂ ਨੂੰ ਵੱਧ ਅਤਿਆਚਾਰ ਵੀ ਉਹਨਾਂ ਨੇ ਕੀਤਾ। ਜੇ ਤੁਹਾਨੂੰ ਕੋਈ ਫੱਟੜ ਸਿੰਘ ਮਿਲ ਜੂਗਾ ਜਾਂ ਕੋਈ ਕੈਦੀ ਸੀਗਾ ਜਿਹੜਾ ਉੱਥੋਂ ਫੜ ਕੇ ਕੈਦ ਕੀਤਾ ਗਿਆ, ਹੂੰ ਉਹ ਤੁਹਾਨੂੰ ਵਰਣਨ ਕਰ ਦੇਣਗੇ ਵੀ ਕੀ ਹੋਇਆ ਸਾਡੇ ਨਾਲ। ਹੂੰ। ਭਾਈ ਰਾਮ ਸਿੰਘ ਜੀ ਉਹਨਾਂ ਨੂੰ ਪੁੱਛ ਲਓ ਜਾ ਕੇ, ਜਿਹੜੇ ਆਪਣੇ ਟਕਸਾਲ ਦੇ ਨੇ, ਹੂੰ। ਤੇ ਉਹਨਾਂ ਨੂੰ ਤਾਂ ਪਤਾ ਲੱਗ ਜੂਗਾ। ਸਿੱਖ ਬੀਬੀਆਂ ਤੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਸੀਗਾ ਉਹਨਾਂ ਦਾ, ਕਿਸੇ ਨੂੰ ਬਖਸ਼ਿਆ ਵੀ ਉਹਨਾਂ ਨੇ? ਦੇਖੋ ਜੀ, ਬਖਸ਼ਿਆ ਕਿਹਨੂੰ ਉਹਨਾਂ ਨੇ? ਹੂੰ ਭਾਈ ਰਿਸ਼ਪਾਲ ਸਿੰਘ ਦੀ ਸਿੰਘਣੀ ਕੋਲ 18-19 ਦਿਨਾਂ ਦਾ ਬੱਚਾ ਹੈ। ਹੂੰ ਉਹ ਬੱਚੇ ਦੀ ਛਾਤੀ ਨੂੰ ਬਿੰਨ ਕੇ ਗੋਲੀ ਟੱਪ ਜਾਂਦੀ ਹੈ, ਹੂੰ। ਬੱਚਾ ਸ਼ਹੀਦ ਹੋ ਜਾਂਦਾ ਹੈ। ਭੈਣ ਦੀ ਛਾਤੀ ਵਿੱਚ ਦੀ ਟੱਪ ਜਾਂਦੀ ਹੈ ਗੋਲੀ, ਉਹ ਵੱਜ ਜਾਂਦੀ ਹੈ। ਉਹਦੇ ਪਤੀ ਦਾ ਉਹਦੇ ਉੱਤੋਂ ਹੀ ਡਿੱਗ ਕੇ ਸ਼ਹੀਦ ਹੋ ਜਾਂਦਾ ਜਿੱਥੇ ਗੋਲੀਆਂ ਲੱਗਦੀਆਂ ਭਾਈ ਰਿਸ਼ਪਾਲ ਸਿੰਘ ਦੇ। ਹੂੰ ਫਤਿਹ ਬੁਲਾ ਕੇ ਜਾਂਦਾ, ਭੈਣ ਕਹਿੰਦੀ ਕਿ ਜਾ ਕੇ ਜਦੋਂ ਉਹ ਉੱਥੇ ਮੋਰਚੇ 'ਚ ਬਹਿੰਦਾ ਤੇ ਉੱਥੇ ਉਹਦੇ ਬ੍ਰੈਸਟ ਵੱਜਦਾ ਤੇ ਆ ਕੇ ਇਹਨਾਂ ਉੱਤੇ ਡਿੱਗ ਪੈਂਦਾ। ਹੂੰ ਇਹਨਾਂ ਉੱਤੇ ਉਹਦਾ ਜਿਹੜਾ ਪਵਿੱਤਰ ਖੂਨ ਹੈ ਉਹ ਭੈਣ ਨੂੰ ਧੋ ਦਿੰਦਾ ਸਾਰੀ ਨੂੰ ਫੜ ਕੇ, ਸਾਰਾ ਤਨ ਉਹਨਾਂ ਦਾ ਉਹਦੇ ਨਾਲ ਲੱਥ-ਪੱਥ ਹੋ ਜਾਂਦਾ। ਉਧਰੋਂ ਹੀ ਗੋਲੀ ਆ ਕੇ ਭਾਈ ਸਾਹਿਬ ਦੇ ਬੱਚੇ ਨੂੰ ਲੱਗਦੀ ਹੈ, ਹੂੰ ਭਾਈ ਸਾਹਿਬ ਦਾ ਬੱਚਾ ਸ਼ਹੀਦ ਹੋ ਜਾਂਦਾ ਗੋਦੀ ਚੁੱਕਿਆ ਹੋਇਆ। ਹੁਣ ਦੇਖੋ ਜਿਗਰਾ ਵੇਖੋ ਸਾਡੀ ਮਾਂ ਦਾ, ਸਾਡੀ ਭੈਣ ਦਾ, 18 ਦਿਨਾਂ ਦਾ ਦੁੱਧ ਚੁੰਗਣਾ ਬੱਚਾ ਹੂੰ ਭੈਣ ਦੀ ਛਾਤੀ ਨਾਲ ਲੱਗਿਆ ਹੋਇਆ ਸ਼ਹੀਦ ਹੋ ਜਾਂਦਾ ਹੈ। ਪਰ ਸਦਕੇ ਜਾਵਾਂ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਦੇ, ਜਿਹਨੇ ਆਪਣਾ ਧਰਮ ਨਹੀਂ ਹਾਰਿਆ, ਹੂੰ ਜਿਹਨੇ ਆਪਣੇ ਸੰਸਕਾਰ ਨਹੀਂ ਹਾਰੇ। ਉਹ ਲੜਦੀ ਰਹੀ, ਫੱਟੜ ਹੋਈ ਵੀ ਲੜਦੀ ਰਹੀ, ਹੂੰ ਤੇ ਉੱਥੇ ਦਇਆ ਕਿਹਦੇ ਮਨ ਦੇ ਵਿੱਚ ਸੀ? ਮੈਨੂੰ ਇਹ ਤਾਂ ਦੱਸੋ, ਭਾਰਤ ਸਰਕਾਰ ਦੀ ਕਿਹੜੀ ਦਇਆ ਦੀ ਗੱਲ ਕਰੀਏ ਅਸੀਂ? ਜੇ ਕਹਿੰਦੇ ਆ ਰੈੱਡ ਕਰਾਸ ਦਾ ਹੁਕਮ ਹੈ, ਜੇ ਕੋਈ ਫੱਟੜ ਹੋ ਜਾਂਦਾ ਹੈ, ਕੋਈ ਹੱਥ ਖੜੇ ਕਰ ਦਿੰਦਾ ਹੈ, ਉਹਨੂੰ ਬਖਸ਼ਿਆ ਜਾਂਦਾ ਹੈ, ਉਹ ਤੇ ਕੋਈ ਗੱਲ ਨਹੀਂ ਕੀਤੀ ਜਾਂਦੀ। ਉਹਨੂੰ ਯੂਐਨਓ ਦੇ ਮੁਤਾਬਕ ਜੋ ਦੰਡ ਬਣਦਾ ਉਹਨੂੰ ਦਿੱਤਾ ਜਾਂਦਾ ਹੈ। ਹੂੰ ਪਰ ਕਿੱਥੇ ਆ ਯੂਐਨਓ? ਕਿੱਥੇ ਗਈਆਂ ਸਾਡੀਆਂ ਉਹ ਮਨੁੱਖੀ ਅਧਿਕਾਰ ਦੀਆਂ ਸੰਸਥਾ? ਇੱਕ ਤੇ ਭੱਲਾ ਸਿੰਘ ਜੀ, ਆਪਾਂ ਇਹ ਗੱਲ ਕਰ ਰਹੇ ਜਿਹੜੀ ਆਮ ਸਿੱਖ ਸੰਗਤ ਸੀ, ਹੁਣ ਤੱਕ ਆਪਾਂ ਤਕਰੀਬਨ ਬਹੁਤੀ ਗੱਲ ਉਨ ਤੇ ਰੱਖੀ ਵੀ ਜਿਹੜੀ ਆਮ ਸਿੱਖ ਸੰਗਤ ਦਰਸ਼ਨਾਂ ਨੂੰ ਗਈ ਸੀ, ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਤਸ਼ੱਦਦ ਭਾਰਤੀ ਫੌਜ ਨੇ ਗਿਣ ਮਿਥ ਕੇ ਢਾਇਆ। ਤਾਂ ਇੱਕ ਸੀ ਉੱਥੇ ਸੂਰਮੇ ਲੜਨ ਵਾਲੇ, ਹਥਿਆਰਬੰਦ ਸਿੰਘ, ਖਾਲਿਸਤਾਨੀ ਸਿੰਘ ਸੀ, ਖਾੜਕੂ ਸੀ, ਜਿਨ੍ਹਾਂ ਨੂੰ ਇਹ ਕੁਛ ਮਰਜ਼ੀ ਨਾਮ ਦੇ ਦੇਣ, ਸਿੱਖਾਂ ਵਾਸਤੇ ਬਹੁਤ ਸਤਿਕਾਰਯੋਗ ਸੀ। ਤਾਂ ਉਹਨਾਂ ਦੇ ਹੌਸਲੇ ਜਿਹੜੇ ਆ ਤੁਸੀਂ ਨੇੜਿਓਂ ਹੋ ਕੇ ਦੇਖੇ। 3 ਤਰੀਕ ਨੂੰ 4 ਤਰੀਕ ਨੂੰ ਜਦੋਂ ਫੌਜ ਅਣਗਿਣਤ ਜਿਹੜਾ ਕਿ ਉਹ ਚੜ ਕੇ ਆ ਗਈ ਸੀ, ਫੌਜ ਦੇ ਕੋਲੇ ਬੜੇ ਆਧੁਨਿਕ ਲੈਸ ਹਥਿਆਰ ਸੀ, ਬਹੁਤ ਕੁਝ ਤਾਮਾ ਝਾਮਾ ਸੀ, ਤਾਂ ਸਿੱਖਾਂ ਦੇ ਹੌਸਲੇ, ਉਹਨਾਂ ਲੜਾਕੂ ਸਿੱਖਾਂ ਦੇ ਕਿਸ ਤਰ੍ਹਾਂ ਦੇ ਸੀ? ਬੱਬਰ ਖਾਲਸਾ ਦੀ ਗੱਲ ਕਰੀਏ ਜਾਂ ਸੰਤ ਜਰਨੈਲ ਸਿੰਘ ਦੇ ਸਾਥੀਆਂ ਦੀ ਗੱਲ ਕਰੀਏ। ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 700 ਤੇ 40 ਸਿੰਘ ਫੜੇ ਜਾਂਦੇ ਆ ਜਿਹੜੇ, ਹੂੰ ਉਹਨਾਂ ਨੂੰ ਮਰੌਲੀ ਦੇ ਬਾਜ਼ਾਰ ਦੇ ਵਿੱਚ, ਮਰੌਲੀ ਦੇ ਚੌਂਕ ਦੇ ਵਿੱਚ ਸ਼ਹੀਦ ਕੀਤਾ ਜਾਂਦਾ। ਵੇਖੋ, ਹੂੰ ਰੋਜ਼ 100 ਦੇ ਨੇੜੇ ਗਿਣਤੀ ਦੱਸਦੀ ਆਪਣੇ ਜਿਹੜੇ ਇਤਿਹਾਸ ਹੈ ਕਿ ਸ਼ਹੀਦ ਕੀਤੇ ਜਾਂਦੇ ਸੀ। ਤੇ ਹਰ ਇੱਕ ਸਿੱਖ ਇਹ ਕਹਿੰਦਾ ਸੀ ਕਿ ਮੇਰਾ ਸਿੱਖੀ ਸਿਰ ਕਰਨ ਜਾਏ, ਸਿਰ ਜਾਂਦਾ ਤਾਂ ਜਾਏ। ਹੂੰ ਭਾਈ ਸਾਹਿਬ ਜੀ, ਉਹ ਗੱਲ ਉੱਥੇ ਯੋਧੇ ਨੇ ਸੱਚ ਕਰ ਵਿਖਾਈ। 4 ਛਪੇਰੇ ਅੱਗ ਵਰਦੀ ਸੀ, ਤੋਪਾਂ ਤੇ ਇੱਕ ਆਮ ਰਾਈਫਲ ਦਾ ਕੀ ਮੁਕਾਬਲਾ ਹੈ? ਹੂੰ ਭਾਰਤ ਸਰਕਾਰ ਨੇ ਹਵਾਈ ਜਹਾਜ਼ਾਂ ਨਾਲ ਵੀ ਉੱਥੇ ਗੋਲੇ ਸੁੱਟ ਦਿੱਤੇ, ਹੂੰ ਹੈਲੀਕਾਪਟਰਾਂ ਨਾਲ ਗੋਲੇ ਸੁੱਟ ਦਿੱਤੇ, ਕੈਮੀਕਲ ਵਾਲੇ ਬੰਬ ਸੁੱਟ ਦਿੱਤੇ। ਪਰ ਸਦਕੇ ਜਾਵਾਂ ਮੈਂ ਗੁਰੂ ਗੋਬਿੰਦ ਸਿੰਘ ਦੇ ਲਾਡਲਿਆਂ ਦੇ, ਜਿਨ੍ਹਾਂ ਨੇ ਸਿਰਾਂ ਤੇ ਕੱਫਣ ਬੰਨ੍ਹ ਕੇ ਸਹੁੰ ਖਾਧੀ ਸੀ ਕਿ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ, ਤਾਂ ਸੰਤ ਜਰਨੈਲ ਸਿੰਘ ਚਾਨਿਆ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ। ਉਹਨਾਂ ਨੇ ਆਪਣਾ ਖੇਤ, ਆਪਣਾ ਗੁਰੂਦਰ ਨਹੀਂ ਛੱਡਿਆ, ਪੁਰਜਾ ਪੁਰਜਾ ਹੋ ਗਏ ਕੋਈ। ਸੰਤ ਜਰਨੈਲ ਸਿੰਘ ਦੇ ਜਿਹੜੇ ਬਚਨ ਸੀ ਵੀ ਇੱਥੋਂ ਮੇਰੀ ਲਾਸ਼ ਤੇ ਜਾ ਸਕਦੀ ਹੈ, ਪਰ ਜੇ ਇਹ ਭੁਲੇਖਾ ਵੀ ਮੈਂ ਹੱਥ ਖੜੇ ਕਰਕੇ ਸਰੈਂਡਰ ਕਰ ਦਿਆਂਗਾ, ਪੋਸੀਬਲ ਨਹੀਂ ਹੈ। ਸੰਤ ਜਰਨੈਲ ਸਿੰਘ ਆਪਣੀ ਪਗਾ ਗਏ ਫਿਰ। ਸੰਤ ਜਰਨੈਲ ਸਿੰਘ ਜੀ ਸੂਰਬੀਰ ਬਚਨ ਕੇ ਬਲੀ, ਹੂੰ ਜਿਹੜਾ ਮੁਖਾਰਬੰਦ ਤੋਂ ਸੰਤਾਂ ਨੇ
ਜਦੋਂ ਤੋਂ ਸੰਤਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਟਕਸਾਲ ਦੀ, ਪਹਿਲੇ ਸੰਤ ਵੀ ਸੰਤ ਕਰਤਾਰ ਸਿੰਘ ਜੀ ਵੀ ਬੜੇ ਉੱਚੇ ਸੁੱਚੇ ਜੀਵਨ ਵਾਲੇ ਸੀ, ਤੇ ਉਹਨਾਂ ਦੇ ਨਵਾਜੇ ਹੋਏ ਭਾਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸੀ। ਜਸਵੀਰ ਸਿੰਘ ਜੀ, ਮੈਂ ਹਰ ਇੱਕ ਵਾਰੀ ਜਦੋਂ 84 ਆਉਂਦੀ ਆ ਉਹਦੇ ਵਿੱਚ ਆਪਾਂ ਜਦੋਂ ਵੀ ਕਿਤੇ ਬਿਆਨ ਕਰਦੇ ਆ, ਮੈਂ ਇਹ ਬੇਨਤੀ ਕਰਦਾ ਕਿ ਸੰਤਾਂ ਦਾ ਜਿਹੜਾ ਤੀਰ ਸੀ, ਵਿਰਾਸਤੀ ਤੀਰ ਸੀ ਸਾਡਾ, ਹੋ ਸਕਦਾ ਦਸ਼ਮੇਸ਼ ਪਿਤਾ ਨੇ ਇਸ ਟਕਸਾਲ ਨੂੰ ਬਖਸ਼ ਕੀਤਾ ਹੋਵੇ ਬਾਬਾ ਦੀਪ ਸਿੰਘ ਜੀ ਹੋਣਿਆਂ ਨੂੰ, ਉਹ ਤੀਰ ਜਿੰਨਾ ਚ ਅਗਵਾਈ ਕਰਦਾ ਰਿਹਾ ਕੌਮ ਦੀ, ਜਾਂ ਤੀਰ ਵਾਲਾ ਸੰਤ ਬਾਬਾ ਜਰਨੈਲ ਸਿੰਘ ਜੀ ਕਰਦਾ ਰਿਹਾ, ਭਾਰਤ ਸਰਕਾਰ ਦੇ ਪਸੀਨੇ ਛੁੱਟੇ ਰਹੇ ਉਹਨਾਂ ਚ। ਉਹ ਤੀਰ 6 ਤਰੀਕ ਨੂੰ ਸੰਤਾਂ ਨੇ ਹੈੱਡ ਗ੍ਰੰਥੀ ਗਿਆਨੀ ਪੂਰਨ ਸਿੰਘ ਜੀ ਤੇ ਗਿਆਨੀ ਪ੍ਰੀਤਮ ਸਿੰਘ ਜੀ, ਮੈਂ ਕਹਿੰਦਾ, ਜਿਨ੍ਹਾਂ ਨੇ ਅਰਦਾਸ ਕਰਾ ਕੇ ਸੰਤਾਂ ਤੋਂ ਜਦੋਂ ਸੰਤ ਸ਼ਹਾਦਤ ਦਾ ਗਾਨਾ ਬੰਨ੍ਹ ਕੇ ਮੈਦਾਨੇ ਜੰਗ ਦੇ ਵਿੱਚ ਕੁੱਦੇ ਆ ਕੇ, ਉਹ ਸ਼ਾਸਤਰ ਛੇਵੇਂ ਪਾਤਸ਼ਾਹ ਦੇ ਸ਼ਾਸਤਰਾਂ ਦੇ ਨਾਲ ਰਖਾਇਆ ਗਿਆ ਸੀ। ਉਹ ਤੀਰ ਨਹੀਂ ਕਿਤੇ ਦੀਂਦਾ ਸੰਤਾਂ ਦਾ, ਕਿੱਥੇ ਗਿਆ ਉਹ? ਅਸੀਂ ਬੜੀਆਂ ਗੱਲਾਂ ਤੇ ਇੱਕ ਦੂਜੇ ਨੂੰ ਬੁਰਾ ਭਲਾ ਕਹਿੰਦੇ ਆ, ਪਰ ਸਾਡਾ ਜਿਹੜਾ 84 ਦਾ ਮੇਨ ਗਵਾਹ ਉਹ ਤੀਰ ਹੈ ਸਾਡਾ, ਜਿਹੜਾ ਸੰਤਾਂ ਦੇ ਕਰ ਕਮਲਾਂ ਦੇ ਵਿੱਚ ਸੌਂਦਾ ਸੀ, ਆਪਾਂ ਆਮ ਕਰਕੇ ਵੇਖਦੇ ਆ। ਉਹ ਤੀਰ ਗੁਰੂ ਸਾਹਿਬ ਦੇ ਸ਼ਾਸਤਰਾਂ ਨਾਲ ਰੱਖ ਕੇ ਸੰਤ ਥੱਲੇ ਆਉਂਦੇ ਨੇ, ਜਿਵੇਂ ਦੱਸਦੇ ਆ ਭਾਈ ਸਾਹਿਬ ਜੀ। 40 ਸਿੰਘ ਸੰਤਾਂ ਦੇ ਨਾਲ ਹੈ, ਭਾਈ ਅਮਰੀਕ ਸਿੰਘ ਜੀ ਦੇ ਨਾਲ ਆਉਂਦੇ ਨੇ, ਤੇ ਉਹ ਝੰਡੇ ਬੁੰਗਿਆਂ ਕੋਲੇ ਆ ਕੇ ਸੰਤ ਵੈਰੀ ਨਾਲ ਜੂਝਦੇ ਹੋਏ ਅਰਦਾਸ ਕਰਕੇ ਆਪਣੇ ਪ੍ਰਾਣਾਂ ਦੀ ਉਤੀ ਗੁਰੂ ਰਾਮਦਾਸ ਦੇ ਚਰਨਾਂ ਚ ਅਰਪਿਤ ਕਰਦੇ ਜੀ। ਭਾਈ ਸਾਹਿਬ ਜੀ, ਇਹ ਬੜਾ ਭਿਆਨਕ ਸਮਾਂ ਸੀ ਸਿੱਖ ਕੌਮ ਤੇ। 3 ਕੁਲਾਂ ਸਾਡੀਆਂ ਖਤਮ ਹੋ ਗਈਆਂ, ਪਰ ਸਾਡੇ ਲੀਡਰਾਂ ਦੀਆਂ ਅੱਖਾਂ ਨਹੀਂ ਖੁੱਲੀਆਂ ਅਜੇ ਤੱਕ ਵੀ। ਮੈਂ ਤਾਂ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਦਾ, ਸਾਧ ਤੋਂ ਸੂਰਤ ਹੋ ਜੋ ਭਾਈ ਸਾਹਿਬ ਜੀ। ਕੋਈ ਸਰਕਾਰ ਨਹੀਂ ਜਿਹੜੀ ਤੁਹਾਡੇ ਹੱਕਾਂ ਨੂੰ ਹੜੱਪ ਲੇ ਜਦੋਂ ਤੁਸੀਂ ਇੱਕ ਹੋ ਕੇ ਚੱਲ ਪਾਓਗੇ ਜੀ। ਤਾਂ ਜੂਨ 1984 ਨੂੰ 40 ਸਾਲ ਬੀਤਣ ਵਾਲੇ ਨੇ, ਉਹ ਜ਼ਖਮ ਅਜੇ ਵੀ ਅੱਲੇ ਆ। ਪਾਲਾ ਸਿੰਘ ਹੁਣਾਂ ਨੇ ਆਪਣੇ ਅੱਖੀਂ ਉੱਥੇ ਪਰਿਕਰਮਾ ਦੇ ਵਿੱਚ ਫੌਜ ਵੱਲੋਂ ਹੁੰਦਾ ਤਸ਼ੱਦਦ ਦੇਖਿਆ। ਇਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਭਾਰਤੀ ਫੌਜ ਕੋ ਕੇ ਸਿੱਖਾਂ ਨੂੰ ਮਾਰ ਰਹੀ ਹੈ। ਔਰੰਗਜ਼ੇਬ ਦੇ ਰਾਜ ਦੇ ਵਿੱਚ, ਵਜ਼ੀਰ ਖਾਨ ਦੇ ਰਾਜ ਦੇ ਵਿੱਚ, ਮੀਰ ਮਨੂੰ ਦੇ ਰਾਜ ਦੇ ਵਿੱਚ ਵੀ ਬਹੁਤ ਸਿੱਖਾਂ ਦੇ ਜ਼ੁਲਮ ਹੋਇਆ, ਪਰ ਭਾਰਤੀ ਸਰਕਾਰ ਵੱਲੋਂ ਜ਼ੁਲਮ ਕੀਤਾ ਜਾਣਾ ਉਹਨਾਂ ਸਿੱਖਾਂ ਤੇ ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੋਵੇ, ਦਾਰਾਏ ਦੀ ਲਾਜ ਰੱਖਣ ਵਾਲੇ ਸਿੱਖ ਉਸ ਪਰਿਕਰਮਾ ਦੇ ਵਿੱਚ ਕੋ ਕੇ ਮਾਰੇ ਗਏ। ਜੂਨ 84 ਦੇ ਸ਼ਹੀਦਾਂ ਨੂੰ ਅਸੀਂ ਸਾਰਿਆਂ ਨੂੰ ਸਜਦਾ ਕਰਦੇ ਹਾਂ ਤੇ ਉਹਨਾਂ ਸਿੱਖ ਰੂਹਾਂ ਨੂੰ ਸਦਾ ਹੀ ਸਲਾਮ ਕਰਦੇ ਹਾਂ। ਉਹਨਾਂ ਦੇ ਅੱਗੇ ਸਾਡਾ ਸਿਰ ਝੁਕਦਾ ਹੈ, ਜਿਨ੍ਹਾਂ ਨੇ ਗੁਰੂ ਦਰਬਾਰ ਸਿੱਖ ਪੰਥ ਦੀ ਆਨ ਬਾਣ ਤੇ ਸ਼ਾਨ ਖਾਤਰ ਆਪਣੀ ਜ਼ਿੰਦਗੀ ਦੀਆਂ ਕੁਰਬਾਨੀਆਂ ਦਿੱਤੀਆਂ। ਸ਼ਹੀਦ ਸਦਾ ਹੀ ਅਮਰ ਨੇ। ਅੱਜ ਵੀ ਪੂਰੀ ਦੁਨੀਆ ਦਾ ਜਿਹੜਾ ਕਿ ਸਿੱਖ ਭਾਈਚਾਰਾ ਘੱਲੂਘਾਰਾ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਤੇ ਉਹਨਾਂ ਦੀ ਜਿਹੜਾ ਕਿ ਉਸ ਸ਼ਰਧਾਂਜਲੀ ਅੱਗੇ ਸਿਰ ਸੀਸ ਭੇਟ ਕਰ ਰਿਹਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ।